ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਹੋ ਰਹੀ ਗੁਰੂ ਕੀ ਸੰਗਤ, ਆਪ ਸੰਗਤ ਨੇ ਗੁਰੂ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ। ਮਿਲਿਆ ਹੋਇਆ ਸਮਾਂ ਅਤੇ ਆਪਣੇ ਸਵਾਸ ਸਫਲੇ ਬਣਾਏ ਨੇ। ਇਸ ਵੇਲੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੀਵਨ ਦੀ ਜੋ ਕਥਾ ਹੈ ਉਸ ਨੂੰ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਪਹੁੰਚੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਇਹ ਬਚਨ ਸਰਵਣ ਕੀਤੇ ਸਨ ਕਿ ਜਿਸ ਵੇਲੇ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਕੀਤਾ ਤੇ ਉਸਨੇ 2-3 ਗੱਲਾਂ ਇਸ ਨੂੰ ਆਖੀਆਂ ਸਨ। ਇੱਕ ਗੱਲ ਇਹ ਆਖੀ ਸੀ ਵੀ ਆਪਣੇ ਨੌਕਰਾਂ ਦਾ, ਆਪਣੇ ਸਿਪਾਹੀਆਂ ਦੀ ਤਨਖਾਹ ਘੱਟ ਨਹੀਂ ਕਰਨੀ ਹੈ। ਸਿਪਾਹੀਆਂ ਨੂੰ ਤਨਖਾਹ ਵੱਧ ਤੋਂ ਵੱਧ ਦੇਣੀ ਹੈ, ਕਿਉਂਕਿ ਉਹਨਾਂ ਨੇ ਜੰਗ ਮੈਦਾਨ ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੜਨਾ ਹੁੰਦਾ। ਦੂਜਾ ਬਚਨ ਇਹ ਆਖਿਆ, ਹਿੰਦੂ ਮੁਸਲਮਾਨਾਂ ਵਿੱਚ ਫਰਕ ਨਾ ਕਰੀ, ਇਹ ਸਾਰੇ ਤੇਰੀ ਪ੍ਰਜਾ ਨੇ। ਤੀਜਾ ਹੁਕਮ ਇਹ ਕੀਤਾ ਸੀ ਸ਼ਾਹਜਹਾਨ ਨੇ ਕਿ ਦੱਖਣ ਦੇ ਵਿੱਚ ਤਾਨੇ ਸ਼ਾਹ ਨਾਮ ਦਾ ਜਿਹੜਾ ਇੱਕ ਰਾਜਾ ਹੈ ਉਸਨੇ ਆਪਣੇ ਤੇ ਬੜੇ ਪਰਉਪਕਾਰ ਕੀਤੇ ਨੇ, ਕਦੇ ਤੇ ਉਹਦੇ ਉੱਪਰ ਫੌਜ ਲੈ ਕੇ ਚੜ੍ਹਾਈ ਨਹੀਂ ਕਰਨੀ। ਪਰ ਔਰੰਗਜ਼ੇਬ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਜਿਹੜਾ ਕੋਈ ਸਿਪਾਹੀ ਜਾਂ ਵਜ਼ੀਰ 100 ਰੁਪਈਆ ਤਨਖਾਹ ਲੈਂਦਾ, ਉਹਦੀ 40 ਰੁਪਈਏ ਤਨਖਾਹ ਕੱਟ ਲਈ ਤੇ 60 ਰੁਪਈਏ ਦੇਣ ਲੱਗ ਪਿਆ। ਜਿਹੜਾ ਕੋਈ ਸਿਪਾਹੀ 1 ਰੁਪਈਆ ਤਨਖਾਹ ਲੈਂਦਾ ਉਹਦੇ 40 ਪੈਸੇ ਕੱਟ ਕੇ ਤੇ 60 ਪੈਸੇ, ਭਾਵ ਇਹ ਕਿ ਅੱਧੀਆਂ ਤਨਖਾਹਾਂ ਕਰ ਦਿੱਤੀਆਂ। ਦੂਜਾ ਹਿੰਦੂ ਤੇ ਮੁਸਲਮਾਨ ਦਾ ਆਪਸ ਵਿੱਚ ਵੈਰ ਪਵਾ ਦਿੱਤਾ। ਤੇ ਤੀਜਾ ਇਹ ਜਿਹੜਾ ਤਾਨੇ ਸ਼ਾਹ ਸੀਗਾ ਦੱਖਣ ਵਿੱਚ, ਇਸ ਨੂੰ ਕੈਦ ਕਰ ਲਿਆ ਤੇ ਕੈਦ ਕਰਕੇ ਜੰਗ ਦੇ ਕੈਦ ਦੇ ਵਿੱਚ, ਜੇਲ੍ਹ ਦੇ ਵਿੱਚ ਹੀ ਇਹ ਤੜਫ ਤੜਫ ਕੇ ਮਰਿਆ। ਇਹ 3 ਗੱਲਾਂ ਜਿਹੜੀਆਂ ਸ਼ਾਹਜਹਾਨ ਨੇ ਆਪਣੇ ਪੁੱਤਰ ਔਰੰਗਜ਼ੇਬ ਨੂੰ ਆਖੀਆਂ ਸਨ ਵੀ ਇਹ ਕੰਮ ਕਰਨੇ ਨਹੀਂ, ਪਰ ਇਸ ਨੇ ਤਿੰਨੇ ਹੀ ਕੰਮ ਜਾਣ ਬੁੱਝ ਕੇ ਕੀਤੇ। ਇਹ ਇਤਿਹਾਸ ਦਿੱਲੀ ਦੀਆਂ ਸੰਗਤਾਂ ਸੁਣਾ ਰਹੀਆਂ ਮਹਾਰਾਜ ਜੀਆਂ ਨੂੰ ਵੀ ਇਸ ਤਰ੍ਹਾਂ ਦਾ ਇਹ ਬਾਦਸ਼ਾਹ ਹੈ। ਇੱਕ ਦਿਨ ਬਾਦਸ਼ਾਹ ਸ਼ਾਹਜਹਾਨ ਦਿੱਲੀੋਂ ਬਾਹਰ ਕਿਸੇ ਹਵੇਲੀ ਵਿੱਚ ਆਰਾਮ ਕਰਦਾ ਸੁੱਤਾ ਪਿਆ ਹੈ ਤੇ ਇਸ ਨੂੰ ਪਤਾ ਲੱਗਾ ਵੀ ਇੱਕ ਪੀਰ ਚੱਲ ਕੇ ਆਇਆ ਹੈ। ਇੱਥੋਂ ਤੱਕ ਆਪਾਂ ਇਤਿਹਾਸ ਸਰਵਣ ਕਰ ਆਏ ਸੀ। ਇਹ ਪੀਰ ਨੂੰ ਕਿਵੇਂ ਮਿਲਦਾ ਹੈ, ਕਿਹੜੀਆਂ ਗੱਲਾਂ ਦੱਸਦਾ ਹੈ, ਇਹ ਆਪਾਂ ਅੱਜ ਸਰਵਣ ਕਰਾਂਗੇ। ਆਓ ਆਪਣੇ ਮਨ ਦਾ ਧਿਆਨ ਟਿਕਾਓ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਪੀਰ ਇੱਕ ਦਿਨ ਚਲ ਆਇਓ। ਇੱਕ ਦਿਨ ਇੱਕ ਪੀਰ ਜਿਹੜਾ ਨਾ ਬੜਾ ਕਰਾਮਾਤੀ ਪਹੁੰਚਿਆ ਹੋਇਆ, ਉਹ ਦਿੱਲੀ ਦੇ ਨੇੜੇ ਕਿਤੇ ਚੱਲ ਕੇ ਆਇਆ ਹੈ। ਉਤਰਿਓ ਵੈਰ ਤਾਹੇ ਸੁਣ ਪਾਇਓ। ਔਰੰਗਜ਼ੇਬ ਨੂੰ ਪਤਾ ਲੱਗਾ ਵੀ ਇਹ ਪੀਰ ਬੜਾ ਕਰਾਮਾਤੀ ਹੈ, ਪਹਿਲਾਂ ਕਿਤੇ ਜਾਣਦਾ ਸੀ ਵੱਡੇ ਵਡੇਰਿਆਂ ਤੋਂ। ਉਹਦੀ ਇਸ ਨੇ ਜਿਹੜੀ ਚੰਗੀ ਸਿਫਤ ਸੁਣੀ ਸੀ ਵੀ ਇਹ ਬੜੀ ਭਜਨ ਬੰਦਗੀ ਵਾਲਾ ਹੈ। ਇਸ ਤਰ੍ਹਾਂ ਸੁਣਿਆ ਵੀ ਉਹ ਪੀਰ ਮੇਰੇ ਇਲਾਕੇ ਦੇ, ਮੇਰੇ ਰਾਜ ਦੇ ਨੇੜੇ, ਮੇਰੇ ਸ਼ਹਿਰ ਦੇ ਨੇੜੇ ਆਇਆ ਹੈ। ਮਿਲਨੇ ਹੇਤ ਨਿਰੰਗਾ ਗਇਓ। ਇਹ ਔਰੰਗਜ਼ੇਬ ਉਹਨੂੰ ਮਿਲਣ ਵਾਸਤੇ ਚਲਾ ਗਿਆ, ਕਿਉਂਕਿ ਇਹ ਦੁਖੀ ਹੈ ਨਾ। ਮਹਾਰਾਜ ਦਾ ਬਚਨ ਹੈ, ਸੁਖ ਨਾਹੀ ਬਹੁਤੇ ਧਨ ਖਾਟੇ। ਜੇ ਕੋਈ ਵਿਅਕਤੀ ਇਹ ਗੱਲ ਕਵੇ ਨਾ ਵੀ ਬਹੁਤਾ ਧਨ ਕਮਾ ਕੇ ਸੁਖ ਮਿਲੇਗਾ, ਨਹੀਂ ਮਿਲਦਾ। ਰਾਜੇ ਵੀ ਦੁਨੀਆ ਵਿੱਚ ਚਿੰਤਾ ਵਿੱਚ ਹੋਏ ਪਏ ਲੋਕਾਂ ਨੇ ਵੇਖੇ ਨੇ। ਰਾਜਿਆਂ ਦੇ ਕੋਲ ਧਨ ਦੀ ਕਮੀ ਨਹੀਂ, ਜਗੀਰ ਜਾਇਦਾਦ ਪਦਾਰਥ ਦੀ ਕਮੀ ਨਹੀਂ, ਪਰ ਨੀਂਦ ਤੇ ਰਾਜਿਆਂ ਨੂੰ ਵੀ ਨਹੀਂ ਪੈਂਦੀ, ਚਿੰਤਾ ਤੇ ਉਹਨਾਂ ਨੂੰ ਵੀ ਹੈ। ਮਹਾਰਾਜ ਕਹਿਣ ਲੱਗੇ ਸੁਖ ਨਾਹੀ, ਨਹੀਂ ਸੁਖ ਮਿਲਦਾ ਬਹੁਤੇ ਧਨ ਖਾਟੇ। ਬਹੁਤੇ ਧਨ ਦੀ ਖੱਟੀ ਵਿੱਚੋਂ ਵੀ ਸੁਖ ਨਹੀਂ ਪਾਇਆ ਕਿਸੇ ਨੇ। ਇਹ ਔਰੰਗਜ਼ੇਬ ਬਾਦਸ਼ਾਹ ਭਾਵੇਂ ਹਿੰਦੁਸਤਾਨ ਦਾ ਮਾਲਕ ਹੈ, ਪਰ ਸੁਖ ਤੇ ਇਹਨੂੰ ਵੀ ਨਹੀਂ। ਤਾਂ ਹੀ ਗਿਆ ਨਾ ਪੀਰ ਦੇ ਕੋਲ ਚੱਲ ਕੇ ਪਹੁੰਚਾ ਹੈ। ਕਰਕੇ ਮੋਹਰਨ ਭਰ ਲਿਓ। ਇਸ ਨੇ ਮੋਹਰਾਂ ਦਾ ਇੱਕ ਵੱਡਾ ਛਾਬਾ ਕਹਿ ਲਈਏ ਜਾਂ ਕੋਈ ਭਾਂਡਾ ਕਹਿ ਲਈਏ, ਸੋਨੇ ਦੀਆਂ ਮੋਹਰਾਂ ਜਿਸ ਨੂੰ ਸ਼ਰਫੀਆਂ ਕਿਹਾ ਜਾਂਦਾ ਹੈ, ਪੀਰ ਨੂੰ ਭੇਟ ਦੇਣ ਵਾਸਤੇ
ਸ਼ਰਫੀਆਂ ਦਾ ਭਾਂਡਾ ਭਰ ਕੇ ਲੈ ਕੇ ਗਿਆ ਹੈ। ਦੁਤੀਏ ਬਿਖੈ ਜਵਾਹਰ ਪਾਏ। ਇੱਕ ਰਕੇਬ ਦੇ ਵਿੱਚ ਇਸਨੇ ਜਵਾਹਰਾਤ ਪਾਏ, ਹੀਰੇ, ਕੀਮਤੀ ਹੀਰੇ ਜਿਹੜੇ ਸਨ। ਇੱਕ ਟੋਕਰਾ ਕਹਿ ਲਈਏ, ਟੋਕਰੀ ਕਹਿ ਲਈਏ, ਜਾਂ ਢਾਲ ਕਹਿ ਲਈਏ, ਜਾਂ ਇਸ ਤਰ੍ਹਾਂ ਦਾ ਕੋਈ ਭਾਂਡਾ ਕਹਿ ਲਈਏ ਜਿਹਦੇ ਵਿੱਚ ਸਮਾਨ ਪੈ ਜਾਏ। ਇੱਕ ਦੇ ਵਿੱਚ ਸੋਨੇ ਦੀਆਂ ਮੋਹਰਾਂ ਤੇ ਸ਼ਰਫੀਆਂ ਪਾ ਲਈਆਂ, ਇੱਕ ਦੇ ਵਿੱਚ ਹੀਰੇ ਮੋਤੀ ਭਰ ਕੇ ਇਸ ਤਰ੍ਹਾਂ ਆਪਣੇ ਨਾਲ ਲੈ ਕੇ ਪੀਰ ਨੂੰ ਮਿਲਣ ਵਾਸਤੇ ਔਰੰਗਜ਼ੇਬ ਉਸ ਵੇਲੇ ਪਹੁੰਚਾ ਹੈ। ਪੀਰ ਅਗਾਰੀ ਧਰੇ ਬਣਾਏ। ਤੇ ਜਿਹੜਾ ਪੀਰ ਸੀ ਨਾ ਬੈਠਾ ਬਾਹਰ ਆ ਕੇ, ਉਹਦੇ ਅੱਗੇ ਇਹਨੇ ਦੋਵੇਂ ਚੀਜ਼ਾਂ ਰੱਖ ਦਿੱਤੀਆਂ, ਉਹ ਟੋਕਰਾ ਹੀਰਿਆਂ ਦਾ ਤੇ ਉਹ ਨਾਲ ਹੀ ਸੋਨੇ ਦੀਆਂ ਸ਼ਰਫੀਆਂ ਦਾ ਅੱਗੇ ਰੱਖਿਆ। ਪੀਰ ਦੇ ਅੱਗੇ ਰੱਖ ਕੇ ਤੇ ਫਿਰ ਉਸ ਵੇਲੇ ਕਰ ਸਲਾਮ ਬੈਠੇ ਉਤੇ ਸਪਾਸ। ਤੇ ਸਲਾਮ ਕਰਕੇ, ਸਜਦਾ ਕਰਕੇ, ਸਲਾਮਾ ਅਲੈਕਮ ਕਹਿ ਕੇ, ਸਿਰ ਝੁਕਾ ਕੇ ਇਸ ਔਰੰਗਜ਼ੇਬ ਨੇ ਉਸ ਪੀਰ ਨੂੰ ਸਲਾਮ ਕੀਤੀ ਤੇ ਉਹਦੇ ਕੋਲ ਬੈਠ ਗਿਆ ਹੈ। ਕਰਿਓ ਬਤਾਵਨ ਆਪਣੋ ਤਰਾਸ। ਉਸ ਵੇਲੇ ਪੀਰ ਨੇ ਪੁੱਛਿਆ, ਕਹਿਣ ਲੱਗਾ ਵੀ ਔਰੰਗਜ਼ੇਬ ਦੱਸ ਕਿਵੇਂ ਆਉਣਾ ਹੋਇਆ ਤੇ ਆ ਸੋਨੇ ਦੀਆਂ ਮੋਹਰਾਂ ਤੇ ਹੀਰੇ ਇੰਨੇ ਭਾਂਡੇ ਭਰ ਕੇ ਲਿਆਇਆ, ਕਾਹਦੇ ਵਾਸਤੇ, ਕੀ ਕਾਰਨ ਹੈ, ਸਾਨੂੰ ਦੱਸ। ਜਦੋਂ ਪੀਰ ਨੇ ਪੁੱਛਿਆ ਤੇ ਹੁਣ ਆਪਣਾ ਡਰ ਦੱਸਣ ਲੱਗਾ। ਔਰੰਗਜ਼ੇਬ ਇੱਕ ਪਾਸੇ ਹਿੰਦੁਸਤਾਨ ਦਾ ਮਾਲਕ ਹੈ, ਸਾਰੀ ਦੁਨੀਆ ਨੂੰ ਡਰ ਦੇਣ ਵਾਲਾ ਹੈ, ਪਰ ਆਪ ਵੀ ਡਰਦਾ ਪਿਆ ਹੈ। ਹੁਣ ਆਪਣੇ ਡਰ ਨੂੰ ਦੱਸਣ ਲੱਗਾ ਹੈ। ਨਿਸਮਹਿ ਅੰਤਰ ਜਾਇ ਨ ਸੋਇਓ। ਕਹਿਣ ਲੱਗਾ, ਐ ਪੀਰ ਜੀ, ਰਾਤ ਨੂੰ ਮੇਰੇ ਕੋਲੋਂ ਮਹਿਲਾਂ ਵਿੱਚ ਸੋਇਆ ਨਹੀਂ ਜਾਂਦਾ। ਇਹ ਇਤਿਹਾਸ ਵਿੱਚ ਆਪਾਂ ਬਚਨ ਪਹਿਲਾਂ ਵੀ ਸਰਵਨ ਕਰ ਲਏ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੀ ਸ਼ਹੀਦੀ ਹੋਈ, ਔਰੰਗਜ਼ੇਬ ਨੂੰ ਦਿੱਲੀ ਦੇ ਵਿੱਚ ਆਪਣੇ ਮਹਿਲ ਵਿੱਚ ਸੌਣਾ ਨਹੀਂ ਮਿਲਿਆ, ਰਾਤ ਨੂੰ ਡਰਦਾ ਹੈ। ਇਹਨੇ ਉਹੀ ਦੁੱਖ ਪੀਰ ਨੂੰ ਦੱਸਿਆ। ਕਹਿਣ ਲੱਗਾ, ਪੀਰ ਜੀ, ਰਾਤ ਨੂੰ ਮੈਂ ਆਪਣੇ ਘਰ ਸੌਂ ਨਹੀਂ ਸਕਦਾ, ਮੈਨੂੰ ਬਾਹਰ ਜਾ ਕੇ ਬਾਗਾਂ ਦੇ ਵਿੱਚ ਜਾਂ ਕਿਸੇ ਬਾਹਰਲੀਆਂ ਹਵੇਲੀਆਂ ਵਿੱਚ ਜਾ ਕੇ ਰਾਤ ਨੀਂਦ ਪੈਂਦੀ ਹੈ, ਆਪਣੇ ਘਰ ਵਿੱਚ ਮੇਰੇ ਤੋਂ ਸੁਤਾ ਨਹੀਂ ਜਾਂਦਾ, ਮੈਨੂੰ ਇੰਨਾ ਡਰ ਲੱਗਦਾ ਹੈ। ਇਸ ਤਰ੍ਹਾਂ ਔਰੰਗਜ਼ੇਬ ਉਸ ਪੀਰ ਨੂੰ ਦੱਸਦਾ ਹੈ। ਤੁਮ ਬਿਨ ਅਪਰ ਨ ਪਾਸ ਬਗੋਇਓ। ਤੁਹਾਡੇ ਤੋਂ ਬਿਨਾ ਮੇਰੇ ਕੋਲ ਹੋਰ ਕੋਈ ਨਹੀਂ, ਇਹ ਇਲਾਜ ਤੁਸੀਂ ਕਰ ਸਕਦੇ ਹੋ। ਮੈਂ ਤੁਹਾਡੇ ਕੋਲ ਆਇਆ, ਪੀਰ ਜੀ ਮੇਰੇ ਤੇ ਮਿਹਰ ਕਰੋ, ਆ ਲੈ ਲਓ ਜਿੰਨਾ ਸੋਨਾ ਚਾਹੀਦਾ, ਹੀਰੇ ਚਾਹੀਦੇ ਲੈ ਲਵੋ, ਪਰ ਮੇਰੇ ਤੇ ਇਹ ਮਿਹਰ ਕਰ ਦਿਓ ਵੀ ਮੈਨੂੰ ਰਾਤ ਨੂੰ ਚੈਨ ਦੀ ਨੀਂਦ ਆ ਜਾਵੇ, ਮੈਨੂੰ ਰਾਤ ਨੂੰ ਡਰ ਨਾ ਲੱਗੇ, ਮੈਂ ਆਪਣੀਆਂ ਮਹਿਲਾਂ ਵਿੱਚ ਸੌਂ ਸਕਾਂ, ਇਹ ਮੇਰੇ ਤੇ ਮਿਹਰ ਕਰ ਦਿਓ। ਇਸ ਕੋ ਹੋਏ ਉਪਚਾਰ ਕੇ ਨਾਹੀਂ। ਇਸ ਦਾ ਉਪਚਾਰ ਹੋਵੇਗਾ ਕਿ ਨਹੀਂ ਹੋਵੇਗਾ, ਤੁਸੀਂ ਇਹ ਕਰ ਸਕਦੇ ਹੋ। ਜੇ ਤੇ ਤੁਹਾਡੇ ਕੋਲ ਤਾਕਤ ਹੈ ਤੇ ਤੁਹਾਡੇ ਵਿੱਚ ਇੰਨੀ ਸਮਰੱਥਾ ਹੈ ਤੇ ਮੇਰਾ ਇਹ ਇਲਾਜ ਕਰ ਦਿਓ ਕਿ ਮੈਨੂੰ ਰਾਤ ਨੂੰ ਡਰ ਨਾ ਆਵੇ ਤੇ ਮੈਂ ਮਹਿਲਾਂ ਵਿੱਚ ਸੌਂ ਸਕਾਂ। ਤੇ ਜੇ ਨਹੀਂ ਕਰ ਸਕਦੇ ਤੇ ਤਾਂ ਵੀ ਮੈਨੂੰ ਦੱਸ ਦਿਓ ਵੀ ਤੁਸੀਂ ਇਹ ਇਲਾਜ ਕਰ ਸਕਦੇ ਹੋ, ਇੰਨੀ ਤੁਹਾਡੇ ਵਿੱਚ ਸਮਰੱਥਾ ਪਹੁੰਚ ਹੈ ਜਾਂ ਨਹੀਂ ਹੈ, ਮੈਨੂੰ ਦੱਸਣਾ ਕਰੋ। ਜਿਸ ਤੇ ਬਸਨ ਬਨੈ ਪੁਨ ਮਾਹੇ। ਜਿਸ ਕਰਕੇ ਮੇਰਾ ਘਰ ਦੇ ਵਿੱਚ ਰਹਿਣਾ ਬਣ ਜਾਵੇ, ਮੈਂ ਆਪਣੇ ਮਹਿਲ ਵਿੱਚ ਦਿੱਲੀ ਵਿੱਚ ਰਹਿ ਸਕਾਂ, ਆਪਣੇ ਕਿਲੇ ਵਿੱਚ ਜਾ ਕੇ ਸੌਂ ਸਕਾਂ, ਇਹੋ ਜੀ ਮੇਰੇ ਤੇ ਮਿਹਰ ਕਰਨਾ ਕਰੋ। ਤੁਮ ਤੇ ਸਿਆਣੇ ਅਪਰ ਨ ਕੋਈ। ਤੇ ਤੇਰੇ ਤੋਂ ਬਿਨਾ ਪੀਰ ਜੀ, ਤੁਹਾਡੇ ਬਿਨਾ ਸਿਆਣਾ ਕੋਈ ਨਹੀਂ, ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਮੇਰੇ ਕੋਲ ਜੋ ਧਨ ਦੌਲਤ ਹੈ ਜਿੰਨਾ ਚਾਹੀਦਾ ਲੈ ਲਵੋ। ਜਦੋਂ ਚੈਨ ਦੀ ਨੀਂਦ ਨਾ ਆਉਂਦੀ ਹੋਵੇ ਤੇ ਘਰੇ ਵੜਨ ਦਾ ਸਮਾਂ ਨਾ ਮਿਲੇ ਤੇ ਫਿਰ ਪਤਾ ਲੱਗਦਾ ਹੈ ਕਿ ਇਹ ਧਨ, ਇਹ ਦੌਲਤ ਸੁਖ ਦੇਣ ਵਾਲੀ ਨਹੀਂ। ਇਹ ਕਹਿ ਰਿਹਾ ਔਰੰਗਜ਼ੇਬ, ਕਹਿਣ ਲੱਗਾ, ਮਾਇਆ ਜਿੰਨੀ ਚਾਹੀਦੀ ਹੈ ਲੈ ਲਵੋ, ਪਰ ਮੇਰੇ ਤੇ ਕਿਰਪਾ ਇਹ ਕਰੋ ਵੀ ਮੈਂ ਆਪਣੇ ਮਹਿਲਾਂ ਵਿੱਚ ਜਾ ਕੇ ਸੌਂ ਸਕਾਂ, ਮੈਨੂੰ ਚੈਨ ਦੀ ਨੀਂਦ ਆਵੇ, ਇਹ ਮੇਰੇ ਤੇ ਕਿਰਪਾ ਕਰੋ। ਜਥਾ ਜੋਗ ਭਾਖੋ ਜਿਮ ਹੋਏ। ਅਤੇ ਜਥਾ ਜੋਗ ਜਿਵੇਂ ਹੋ ਸਕਦਾ ਮੈਨੂੰ ਉਹ ਦੱਸੋ। ਜੇ ਕੋਈ ਉਪਾਅ ਕਰਨਾ ਨਾ, ਕੋਈ ਜਾਦੂ ਕਰਨਾ, ਕੋਈ ਟੂਣਾ ਕਰਨਾ, ਕੋਈ ਮੰਤਰ ਮਾਰਨਾ ਹੈ, ਕੋਈ ਬਲੀ ਦੇਣੀ ਹੈ, ਮੈਨੂੰ ਦੱਸ ਦਿਓ, ਮੈਂ ਝੱਟ ਬਲੀ ਦਵਾ ਦਿੰਦਾ। ਜਿਹੜੀ ਬਲੀ ਚਾਹੀਦੀ ਹੈ, ਜਿਹੜਾ ਜਾਦੂ ਟੂਣੇ ਵਾਸਤੇ ਮੰਤਰ ਚਾਹੀਦਾ, ਜਿਹੜਾ ਕੋਈ ਵੀ ਕਰਮ ਕਰਨਾ ਮੈਨੂੰ ਦੱਸ ਦਿਓ, ਮੈਂ ਕਰਨ ਵਾਸਤੇ ਤਿਆਰ ਹਾਂ, ਪਰ ਮੈਨੂੰ ਚੈਨ ਦੀ ਨੀਂਦ ਆ ਜਾਵੇ। ਸੁਨਤ ਪੀਰ ਨੇ ਭਲੇ ਵਿਚਾਰਾ। ਉਸ ਵੇਲੇ ਸੁਣੀਆਂ ਸਾਰੀਆਂ ਗੱਲਾਂ ਪੀਰ ਨੇ। ਪੀਰ ਬੜਾ ਕਰਨੀ ਵਾਲਾ ਹੈ, ਚੰਗੀ ਤਰ੍ਹਾਂ ਪਹਿਲਾਂ ਆਪਣੇ ਮਨ ਵਿੱਚ ਸੋਚਿਆ, ਵਿਚਾਰਿਆ ਤੇ ਫਿਰ ਉਸ ਵੇਲੇ ਨੇਤਰ ਮੂੰਦ ਕੌਤਕ ਪਿਕਸਾਰਾ। ਔਰੰਗਜ਼ੇਬ ਦੀ ਸਾਰੀ ਫਰਿਆਦ ਸੁਣਨ ਤੋਂ ਮਗਰੋਂ ਕਹਿਣ ਲੱਗੇ, ਇਸ ਜਾਰੇ ਪੀਰ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਅੱਖਾਂ ਬੰਦ ਕਰਕੇ ਆਪਣੇ ਧਿਆਨ ਵਿੱਚ ਵੇਖਣ ਲੱਗ ਪਿਆ ਵੀ ਕੀ ਗੱਲ ਹੈ, ਇਸ ਔਰੰਗਜ਼ੇਬ ਨੂੰ ਕਿਉਂ ਰਾਤ ਨੂੰ ਡਰ ਆਉਂਦਾ ਹੈ, ਇਹ ਰਾਤ ਨੂੰ ਆਪਣੇ ਮਹਿਲਾਂ ਵਿੱਚ ਸੌਂ ਕਿਉਂ ਨਹੀਂ ਸਕਦਾ, ਕਾਰਨ ਕੀ ਹੈ, ਮੈਂ ਵੇਖ ਤੇ ਲਵਾਂ ਕਿਹੜੀ ਇਹੋ ਜਿਹੀ ਵਿਪਤਾ ਜਿਹੜੀ ਇਸ ਨੂੰ ਡਰਾਉਂਦੀ ਹੈ। ਕਹਿਣ ਲੱਗੇ, ਜਦੋਂ ਪੀਰ ਨੇ ਕੀਤੇ ਨੇ ਆਪਣੇ ਨੇਤਰ ਬੰਦ, ਅੱਖਾਂ ਬੰਦ ਕਰਕੇ ਲਾਇਆ ਧਿਆਨ, ਵੇਖਣ ਲੱਗਾ ਵੀ ਡਰ ਕਿਉਂ ਆਉਂਦਾ, ਤੇ ਫਿਰ ਉਸ ਵੇਲੇ ਮਤੀ ਦਾਸ ਜਨ ਬਿਗਨ ਪਸਾਰਾ। ਤੇ ਉਸ ਵੇਲੇ ਪੀਰ ਨੂੰ ਪਤਾ ਲੱਗ ਗਿਆ ਵੀ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਸਿੱਖ
ਭਾਈ ਸਾਹਿਬ ਭਾਈ ਮਤੀ ਦਾਸ ਜੀ ਸ਼ਾਂਤਮਈ ਸ਼ਹੀਦੀ ਪਹਿਲਾ ਗੁਰੂ ਕਾ ਸ਼ਹੀਦ ਭਾਈ ਮਤੀ ਦਾਸ ਹੈ, ਜਿਸ ਨੂੰ ਆਰੇ ਦੇ ਨਾਲ ਚੀਰਿਆ ਸੀ ਔਰੰਗਜ਼ੇਬ ਦੇ ਜਲਾਦਾਂ ਨੇ। ਪੀਰ ਨੇ ਵੇਖਿਆ ਵੀ ਇਹ ਸਾਰਾ ਵਿਘਨ ਪਾਉਣ ਵਾਲਾ, ਇਹ ਸਭ ਕੁਝ ਕਰਨ ਵਾਲਾ ਗੁਰੂ ਕਾ ਸਿੱਖ ਭਾਈ ਮਤੀ ਦਾਸ ਹੈ। ਉਨ ਨਿਜ ਆਜ਼ਮਤ ਓਜ ਨਿਹਾਰਾ। ਉਸ ਵੇਲੇ ਫਿਰ ਪੀਰ ਨੇ ਆਪਣੀ ਸ਼ਕਤੀ ਵੱਲ ਵੇਖਿਆ ਵੀ ਮੇਰੇ ਕੋਲ ਕਿੰਨੀ ਕੁ ਤਾਕਤ ਹੈ, ਮੈਂ ਕਿੰਨਾ ਕੁ ਤਾਕਤ ਰੱਖਦਾ, ਮੇਰੇ ਕੋਲ ਕਿੰਨੀ ਕੁ ਪਾਵਰ ਹੈ ਕਿ ਮੈਂ ਇਸ ਨੂੰ ਪਿੱਛੇ ਹਟਾ ਸਕਦਾ ਜਾਂ ਨਹੀਂ ਹਟਾ ਸਕਦਾ। ਪਹਿਲਾਂ ਤੇ ਭਾਈ ਮਤੀ ਦਾਸ ਵੱਲ ਵੇਖਿਆ ਵੀ ਸਭ ਕੁਝ ਕਰਨ ਵਾਲੇ ਉਹ ਨੇ। ਫਿਰ ਪੀਰ ਨੇ ਆਪਣੀ ਕਰਾਮਾਤ ਨੂੰ ਪਰਖਿਆ ਵੀ ਮੇਰੇ ਵਿੱਚ ਕਿੰਨੀ ਕੁ ਤਾਕਤ ਹੈ। ਇਹ ਸਾਰਾ ਕੁਝ ਵੇਖਣ ਤੋਂ ਮਗਰੋਂ ਸੰਗ ਨੁਰੰਗੇ ਸਕਲ ਬਤਾਏ। ਉਸ ਵੇਲੇ ਔਰੰਗਜ਼ੇਬ ਨੂੰ ਫਿਰ ਦੱਸਿਆ, ਕਹਿਣ ਲੱਗਾ ਔਰੰਗਜ਼ੇਬ ਬਾਦਸ਼ਾਹ, ਮੈਂ ਸਭ ਕੁਝ ਵੇਖ ਲਿਆ, ਮੈਨੂੰ ਪਤਾ ਲੱਗ ਗਿਆ ਵੀ ਕਾਰਨ ਕੀ ਹੈ। ਸਾਰਾ ਕੁਝ ਜਾਣ ਕੇ ਹੁਣ ਇਹ ਪੀਰ ਔਰੰਗਜ਼ੇਬ ਨੂੰ ਦੱਸਣ ਲੱਗਾ। ਕੀ ਕਹਿੰਦਾ ਦੱਸਦਾ ਹੈ, ਇਸਕੋ ਆਬ ਕਿਛ ਹੋਵੇ ਨਾ ਕਹਿਣ ਪਾਏ। ਲੱਗਾ ਔਰੰਗਜ਼ੇਬ ਇਹਦਾ ਉਪਾਅ ਨਹੀਂ ਕੋਈ ਹੈਗਾ, ਮੇਰੇ ਕੋਲ ਕੋਈ ਇਹਦਾ ਤੋੜ ਨਹੀਂ ਹੈਗਾ। ਭਾਵੇਂ ਤੂੰ ਮੈਨੂੰ ਬੜਾ ਵੱਡਾ ਇਸਲਾਮੀ ਪੀਰ ਮੰਨਦਾ, ਮੇਰੇ ਕੋਲ ਬੜੀਆਂ ਕਰਾਮਾਤਾਂ ਨੇ, ਪਰ ਜਿਹੜਾ ਇਹ ਤੇਰੇ ਤੇ ਬਿਪਤਾ ਪਈ ਹੈ ਨਾ, ਇਹਨੂੰ ਮੈਂ ਨਹੀਂ ਉਹ ਦੂਰ ਕਰ ਸਕਦਾ। ਮੇਰੇ ਕੋਲ ਇੰਨੀ ਤਾਕਤ ਨਹੀਂ, ਨਾ ਹੀ ਮੇਰੇ ਕੋਲ ਕੋਈ ਉਪਾਅ ਹੈ, ਕੋਈ ਝਾੜ ਫੂਕ ਵੀ ਮੈਂ ਤੈਨੂੰ ਦੱਸ ਨਹੀਂ ਸਕਦਾ ਵੀ ਇਹ ਬਲੀ ਦੇ ਦੇ ਜਾਂ ਇਹ ਜਾਦੂ ਟੂਣਾ ਕਰ ਲਾ, ਤੇਰਾ ਫਾਇਦਾ ਹੋਵੇਗਾ। ਨਹੀਂ, ਮੇਰੇ ਕੋਲ ਨਾ ਇੰਨੀ ਪਹੁੰਚ ਹੈ, ਨਾ ਇਸ ਚੀਜ਼ ਦਾ ਮੇਰੇ ਕੋਲ ਇਲਾਜ ਹੈ, ਇਹਦਾ ਉਪਾਅ ਕੋਈ ਹੋ ਹੀ ਨਹੀਂ ਸਕਣਾ ਤੇ ਨਾ ਇਹਦਾ ਉਪਾਅ ਕੋਈ ਹੋਣਾ ਹੈ। ਤੋਹੇ ਭਲੇ ਹਿਤ ਰਹਿਓ ਵਿਚਾਰ। ਤੇ ਮੈਂ ਤੇਰੇ ਭਲੇ ਵਾਸਤੇ ਤੈਨੂੰ ਇੱਕ ਸਲਾਹ ਦੇ ਸਕਦਾ, ਸਲਾਹ ਤੋਂ ਬਿਨਾ ਮੇਰੇ ਕੋਲ ਕੁਝ ਨਹੀਂ ਹੈ। ਤੇਰੇ ਭਲੇ ਵਾਸਤੇ ਮੈਂ ਬਚਨ ਆਖਦਾ ਹਾਂ। ਉਤਨਾ ਕਿਸ ਪ੍ਰਕਾਰ ਉਪਚਾਰ। ਇਸ ਚੀਜ਼ ਦਾ ਉਪਚਾਰ ਨਹੀਂ ਹੋਣਾ। ਜੇ ਤੂੰ ਆਖੇ ਕਿ ਮੈਂ ਕੋਈ ਮੰਤਰ ਪੜ੍ਹ ਦੇਵਾਂ, ਤੇਰਾ ਫਾਇਦਾ ਕਰ ਦੇਵਾਂ, ਨਹੀਂ, ਮੇਰੇ ਵਿੱਚ ਨਾ ਇੰਨੀ ਸਮਰੱਥਾ ਹੈ, ਨਾ ਇਹ ਤੇਰਾ ਭਲਾ ਹੋ ਸਕਦਾ ਹੈ। ਵੱਡੇ ਅਪਰਾਧ ਕਮਾਵਨ ਕਿਉਂਕਿ ਕੀ। ਔਰੰਗਜ਼ੇਬ ਤੂੰ ਬਹੁਤ ਵੱਡਾ ਪਾਪ ਕਮਾਇਆ ਹੈ। ਮਹਾਰਾਜ ਕਹਿਣ ਲੱਗੇ ਜਦੋਂ ਬੰਦਾ ਪਾਪ ਕਰਦਾ ਹੈ ਨਾ, ਉਦੋਂ ਬੰਦਾ ਇਹ ਨਹੀਂ ਵੇਖਦਾ ਵੀ ਮੈਨੂੰ ਫਲ ਮਿਲੇਗਾ, ਉਦੋਂ ਆਖਦਾ ਕੋਈ ਨਹੀਂ ਵੇਖਦਾ, ਬਸ ਕਰ ਲੋ ਛੇਤੀ ਦੇ ਨਾਲ। ਪਰ ਜਦੋਂ ਫਲ ਮਿਲਦਾ ਫਿਰ ਪਛਤਾਉਂਦਾ ਹੈ, ਫਿਰ ਕਹਿੰਦਾ ਵੀ ਇਹਦਾ ਹੁਣ ਕੋਈ ਇਹੋ ਜਿਹਾ ਕਰਮ ਬਣੇ ਵੀ ਮੈਂ ਛੁੱਟ ਜਾਵਾਂ। ਪਰ ਛੁੱਟੇ ਕਿਵੇਂ? ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਭਾਈ ਐਸਾ ਕੰਮ ਮੂਲੇ ਨਾ ਕੀਚੈ, ਚਿਤ ਅੰਤ ਪਛੋਤਾਈਏ। ਬਾਅਦ ਵਿੱਚ ਪਛਤਾਉਣਾ ਪਵੇ, ਉਹ ਕੰਮ ਕਰਦਾ ਹੀ ਕਿਉਂ ਹੈ। ਕੰਮ ਕਰਨ ਤੋਂ ਪਹਿਲਾਂ ਸੋਚ ਵਿਚਾਰ ਵੀ ਇਹਦਾ ਫਲ ਮੈਨੂੰ ਕੀ ਮਿਲੇਗਾ, ਤੇ ਫਿਰ ਉਹ ਕਰਮ ਕਰ। ਮਹਾਰਾਜ ਕਹਿਣ ਲੱਗੇ ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਸੰਸਕ੍ਰਿਤੀ ਬਾਣੀ ਦਾ ਬਚਨ ਗੁਰੂ ਅਰਜਨ ਦੇਵ ਜੀਆਂ ਦਾ, ਧਰਮ ਦਾ ਕੰਮ ਕਰਨਾ ਤੇ ਦੇਰੀ ਨਾ ਕਰ। ਕੋਈ ਧਰਮ ਦਾ, ਕੋਈ ਪੁੰਨ ਦਾ, ਕੋਈ ਭਲੇ ਦਾ, ਕੋਈ ਚੰਗੇ ਦਾ ਕੰਮ ਕਰਨਾ ਤੇ ਛੇਤੀ ਨਾਲ ਕਰ ਦੇ, ਉਹਦੇ ਵਾਸਤੇ ਦੇਰੀ ਨਾ ਕਰ। ਦੂਜਾ ਬਚਨ ਮਹਾਰਾਜ ਕਹਿਣ ਲੱਗੇ ਬਿਲੰਬ ਪਾਪੰ। ਜੇ ਪਾਪ ਤੇਰੇ ਮਨ ਵਿੱਚ ਆ ਗਿਆ ਨਾ ਵੀ ਮੈਂ ਫਲਾਣੇ ਦਾ ਮਾੜਾ ਕਰ ਦਿਆਂ, ਉਹਦਾ ਮਾੜਾ ਸੋਚਦਾ, ਮੈਂ ਕਿਸੇ ਦਾ ਕੰਮ ਵਿਗਾੜ ਦਿਆਂ, ਕਿਸੇ ਨੂੰ ਦੁੱਖ ਦੇ ਦਿਆਂ, ਜੇ ਤੇਰੇ ਮਨ ਵਿੱਚ ਕਿਤੇ ਇਹੋ ਜਿਹਾ ਵਿਚਾਰ ਆਉਂਦਾ ਹੈ, ਉਹਦੇ ਉੱਪਰ ਵਾਰ-ਵਾਰ ਸੋਚ, ਸਮਾਂ ਬਤੀਤ ਕਰ, ਸਮਾਂ ਕੱਢ। ਜੇ ਮੈਂ ਇਹ ਕੰਮ ਕਰਾਂਗਾ ਮੈਨੂੰ ਸਜ਼ਾ ਕੀ ਮਿਲੇਗੀ, ਮੈਨੂੰ ਇਹਦਾ ਦੁੱਖ ਕੀ ਮਿਲੇਗਾ। ਜਦੋਂ ਵਾਰ-ਵਾਰ ਉਸ ਚੀਜ਼ ਨੂੰ ਸੋਚੇਗਾ, ਉਹਦੇ ਵਾਸਤੇ ਸਮਾਂ ਦੇਵੇਂਗਾ, ਥੋੜਾ ਗੈਪ ਪਾ ਲਵੇਂਗਾ, ਤੇ ਹੋ ਸਕਦਾ ਬਾਅਦ ਵਿੱਚ ਤੇਰਾ ਮਨ ਹੀ ਬਦਲ ਜਾਵੇ, ਜਾਂ ਕੋਈ ਇਹੋ ਜਿਹਾ ਉਸ ਵੇਲੇ ਕੋਈ ਬਣ ਜਾਵੇ ਉਪਚਾਰ ਵੀ ਤੂੰ ਉਸ ਪਾਪ ਤੋਂ ਛੁੱਟੀ ਜਾਵੇਂ, ਤੈਨੂੰ ਕਰਨਾ ਹੀ ਨਾ ਪਵੇ। ਮਹਾਰਾਜ ਕਹਿਣ ਲੱਗੇ ਧਰਮ ਦਾ ਕੰਮ ਕਰਨਾ ਦੇਰੀ ਨਾ ਕਰ। ਇਹ ਬਚਨ ਪੱਲੇ ਬੰਨਣ ਵਾਲਾ ਨੁਕਤਾ ਮਹਾਰਾਜ ਜੀਆਂ ਦਾ। ਪਰ ਜੇ ਪਾਪ ਦਾ ਕਰਮ ਤੈਨੂੰ ਕਰਨਾ ਵੀ ਪੈ ਰਿਹਾ ਤਾਂ ਉਹਦੇ ਵਾਸਤੇ ਦੇਰੀ ਕਰ ਜਿੰਨੀ ਹੁੰਦੀ ਹੈ। ਹੋ ਸਕਦਾ ਪਾਪ ਦੇ ਕਰਮ ਤੋਂ ਛੁੱਟੀ ਜਾਵੇਂ, ਤੈਨੂੰ ਨਾ ਹੀ ਕਰਨਾ ਪਵੇ, ਨਾ ਕਰਨਾ ਪਵੇ ਤੇ ਨਾ ਲੇਖਾ ਦੇਣਾ ਪਵੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਐਸਾ ਕੰਮ ਬਿਲਕੁਲ ਵੀ ਨਾ ਕਰ ਜਿਹਨੂੰ ਕਰਕੇ ਬਾਅਦ ਵਿੱਚ ਤੈਨੂੰ ਪਛਤਾਉਣਾ ਪਵੇ। ਹੁਣ ਔਰੰਗਜ਼ੇਬ ਨੇ ਭਾਈ ਮਤੀ ਦਾਸ ਜੀਆਂ ਦੀ ਸ਼ਹੀਦੀ ਕਰ ਦਿੱਤੀ, ਆਰੇ ਨਾਲ ਚੀਰਨ ਦਾ ਹੁਕਮ ਹੋ ਗਿਆ। ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ। ਇਹ ਹੁਕਮ ਤੇ ਉਸੇ ਵੇਲੇ ਸੁਣਾ ਦਿੱਤੇ, ਸੋਚਿਆ ਨਹੀਂ ਵੀ ਇਹਦਾ ਫਲ ਕੀ ਮਿਲੇਗਾ। ਅੱਜ ਹੁਣ ਰਾਤ ਨੂੰ ਸੁੱਤਿਆਂ ਡਰ ਲੱਗਦਾ ਹੈ, ਨਹੀਂ ਰਾਤ ਨੂੰ ਅੱਖਾਂ ਵਿੱਚ ਨੀਂਦ ਪੈਂਦੀ। ਹੁਣ ਪਛਤਾ ਕੇ ਪੀਰਾਂ ਫਕੀਰਾਂ ਕੋਲ ਜਾਂਦਾ ਹੈ, ਜਾ ਕੇ ਦੁਆਵਾਂ ਕਰਦਾ ਜੀ ਮੈਨੂੰ ਬਚਾ ਲਵੋ ਇਸ ਪਾਪ ਤੋਂ, ਇਸ ਦੁੱਖ ਤੋਂ। ਪਰ ਹੁਣ ਬਚਿਆ ਨਹੀਂ ਜਾਣਾ। ਇਹ ਪੀਰ ਕਹਿ ਰਿਹਾ, ਕਹਿਣ ਲੱਗਾ ਔਰੰਗਜ਼ੇਬ ਤੂੰ ਬਹੁਤ ਵੱਡਾ ਪਾਪ ਕੀਤਾ, ਛੋਟਾ ਕੋਈ ਨਹੀਂ ਕੀਤਾ। ਆਰੀ ਦੇ ਨਾਲ ਤੇ ਲੋਕੀ ਲੱਕੜਾਂ ਚੀਰਦੇ ਨੇ, ਆਰਿਆਂ ਦੇ ਨਾਲ ਤੇ ਵੱਡੇ ਵੱਡੇ ਰੁੱਖ ਚੀਰੇ ਜਾਂਦੇ, ਪਰ ਕਦੇ ਕਿਸੇ ਨੇ ਆਰੇ ਦੇ ਨਾਲ ਬੰਦਾ ਨਹੀਂ ਚੀਰਿਆ।
ਤੇਰੇ ਹੁਕਮ ਦੇ ਨਾਲ ਇੱਕ ਜਿਉਂਦਾ ਬੰਦਾ ਤੂੰ ਆਰੀ ਨਾਲ ਚੀਰ ਕੇ 2 ਟੋਟੇ ਕੀਤਾ। ਤੇਰੇ ਹੁਕਮ ਦੇ ਨਾਲ ਇੱਕ ਜਿਉਂਦੇ ਬੰਦੇ ਨੂੰ ਪਾਣੀ ਵਿੱਚ ਉਬਾਲਿਆ ਗਿਆ, ਲੱਕੜਾਂ ਬਾਲ ਕੇ, ਅੱਗ ਬਾਲ ਕੇ, ਉਬਾਲ ਕੇ ਸਰੀਰ ਨੂੰ ਖਤਮ ਕੀਤਾ। ਤੇਰੇ ਹੁਕਮ ਦੇ ਨਾਲ ਇੱਕ ਬੰਦੇ ਨੂੰ ਰੂਈ ਵਿੱਚ ਬੰਨ੍ਹ ਕੇ ਤੇ ਫਿਰ ਸਾੜ ਕੇ ਕਈ ਦਿਨ ਅੱਗ ਬਲਦੀ ਰਹੀ ਤੇ ਕਈ ਦਿਨ ਭਾਈ ਸਤੀਦਾਸ ਉਹਦੇ ਵਿੱਚ ਸੜਦੇ ਰਹੇ। ਇਹ ਤੇਰੇ ਹੁਕਮ ਦੇ ਨਾਲ ਇਹ ਸਭ ਕੁਝ ਹੋਇਆ। ਤੈਨੂੰ ਇਹ ਪਹਿਲਾਂ ਕਰਨ ਤੋਂ ਸੋਚਣਾ ਚਾਹੀਦਾ ਸੀ, ਮੈਂ ਇੰਨਾ ਤਸੀਹਾ ਦੇ ਕੇ, ਤਸ਼ੱਦਦ ਦੇ ਕੇ, ਦੁੱਖ ਦੇ ਕੇ ਮਾਰਦਾ ਪਿਆ, ਇਹਦਾ ਫਲ ਤੇ ਮੈਨੂੰ ਵੀ ਮਿਲੇਗਾ। ਉਦੋਂ ਸੋਚਣਾ ਚਾਹੀਦਾ ਸੀ। ਪਰ ਔਰੰਗਜ਼ੇਬ ਤੂੰ ਇਹ ਬਹੁਤ ਵੱਡਾ ਪਾਪ ਕੀਤਾ, ਇਹਦਾ ਫਲ ਤੇ ਤੈਨੂੰ ਮਿਲੇਗਾ ਜ਼ਰੂਰ, ਇਹਦਾ ਕੋਈ ਵੀ ਇਲਾਜ ਹੋ ਹੀ ਨਹੀਂ ਸਕਦਾ। ਇਸ ਤਰ੍ਹਾਂ ਪੀਰ ਨੇ ਆਖਿਆ ਹੈ। ਜਿਸ ਤੇ ਪੁਰੀ ਬਸੰਤੇ ਹੀਨ। ਇਸ ਕਰਕੇ ਤੂੰ ਹੁਣ ਦਿੱਲੀ ਵਿੱਚ ਵਸ ਨਹੀਂ ਸਕਦਾ। ਇਹ ਆਪਣੇ ਮਨ ਵਿੱਚੋਂ ਵਿਚਾਰ ਕੱਢ ਹੀ ਦੇ ਵੀ ਹੁਣ ਤੂੰ ਦਿੱਲੀ ਵਿੱਚ ਰਹਿ ਸਕਦਾ ਨਹੀਂ, ਤੂੰ ਦਿੱਲੀ ਵਿੱਚ ਪੈਰ ਨਹੀਂ ਪਾ ਸਕਦਾ, ਕਿਉਂਕਿ ਇਹ ਪਾਤਸ਼ਾਹ ਮਹਾਰਾਜ ਜੀਆਂ ਦੇ ਸ਼ਹੀਦਾਂ ਸਿੱਖਾਂ ਦੀ ਇਹ ਬਚਨ ਹੋਇਆ ਵੀ ਤੈਨੂੰ ਦਿੱਲੀ ਵਿੱਚ ਨਹੀਂ ਰਹਿਣ ਦੇਣਾ। ਇਸ ਕਰਕੇ ਦਿੱਲੀ ਵਿੱਚ ਰਹਿਣ ਦਾ ਤੇ ਵਿਚਾਰ ਛੱਡ ਹੀ ਦੇ ਤੇ ਛੇਤੀ ਦੇ ਨਾਲ ਇਸ ਨੂੰ ਤਿਆਗ ਕੇ ਜਾਣਾ ਕਰ। ਇਹ ਠਾਂ ਰਹੇ ਨ ਤੁਬਰਹਿ ਆਵੇ। ਇਸ ਥਾਂ ਤੇ ਤੂੰ ਰਹਿ ਨਹੀਂ ਸਕਦਾ, ਨਾ ਤੇਰਾ ਰਹਿਣਾ ਇੱਥੇ ਬੰਨਾ ਹੈ। ਇਸ ਕਰਕੇ ਛੱਡਣਾ ਹੀ ਤੈਨੂੰ ਪੈਣਾ ਹੈ। ਸੁਪਤੈ ਵਹਿਰ ਸਰਬ ਲਖ ਪਾਵੇਂ। ਜੇ ਤੂੰ ਬਾਹਰ ਸੋਵੇਂਗਾ ਤੇ ਤੇਰੀ ਜ਼ਿੰਦਗੀ ਬਚੀ ਰਹੇਗੀ। ਜੇ ਥੋੜਾ ਚਿਰ ਜਿਉਣਾ ਚਾਹਣਾ ਨਾ ਹੋਰ ਤੇ ਬਾਹਰ ਸੁੱਤਾ ਰਹਿ, ਦਿੱਲੀ ਵਿੱਚ ਨਾ ਪੈਰ ਪਾ, ਫਿਰ ਤੇ ਜ਼ਿੰਦਗੀ ਥੋੜੀ ਲੰਮੀ ਬਤੀਤ ਕਰ ਸਕਦਾ। ਪਰ ਜੇ ਤੂੰ ਗਲਤੀ ਦੇ ਨਾਲ ਵੀ ਦਿੱਲੀ ਅੰਦਰ ਚਲਾ ਗਿਆ ਆਪਣੇ ਮਹਿਲ ਦੇ ਸੌਣ ਵਾਸਤੇ, ਤੇ ਸਮਝ ਲਾ ਵੀ ਤੇਰੀ ਜ਼ਿੰਦਗੀ ਦੀ ਉਹ ਆਖਰੀ ਰਾਤ ਹੋਵੇਗੀ। ਇਸ ਗੱਲ ਨੂੰ ਚੰਗੀ ਤਰ੍ਹਾਂ ਪੱਲੇ ਬੰਨ੍ਹਣਾ ਕਰ। ਔਰ ਮਹਿ ਨਿਸਾ ਵਸਨ ਹੋਏ ਨਾਹੀ। ਤੇਰਾ ਹੁਣ ਇਸ ਸ਼ਹਿਰ ਦੇ ਵਿੱਚ ਰਾਤ ਨੂੰ ਵਸਣਾ ਨਹੀਂ ਹੋਣਾ। ਭਾਵੇਂ ਤੂੰ ਜਿੰਨੇ ਮਰਜ਼ੀ ਪੀਰ ਫਕੀਰ ਲਿਆ, ਜਿੰਨੇ ਮਰਜ਼ੀ ਜੰਤਰ ਮੰਤਰ ਤੰਤਰ ਕਰ ਲਾ, ਜਿੰਨੀਆਂ ਮਰਜ਼ੀ ਬਲੀਆਂ ਤੇ ਕੁਰਬਾਨੀਆਂ ਦੇ, ਉਪਾਅ ਜਿੰਨੇ ਮਰਜ਼ੀ ਕਰ, ਪਰ ਦਿੱਲੀ ਵਿੱਚ ਤੇਰਾ ਰਹਿਣਾ ਹੁਣ ਹੋਣਾ ਨਹੀਂ। ਇਸ ਗੱਲ ਨੂੰ ਸਮਝ ਲੈਣਾ ਕਰ। ਹਜੋ ਕਰੈ ਸਭ ਆਪਸ ਮਾਹੀ। ਇਸ ਕਰਕੇ ਸਾਰੇ ਲੋਕ ਤੇਰੀ ਨਿੰਦਿਆ ਕਰਨਗੇ। ਜੇ ਤੂੰ ਸੌਂ ਵੀ ਗਿਆ, ਤੈਨੂੰ ਛੱਡ ਕੇ ਦਿੱਲੀ ਭੱਜਣਾ ਪੈਣਾ ਰਾਤ ਨੂੰ, ਤੇ ਤੈਨੂੰ ਭੱਜੇ ਜਾਂਦੇ ਨੂੰ ਵੇਖ ਕੇ ਲੋਕ ਤੇਰੀ ਨਿੰਦਿਆ ਕਰਨਗੇ ਵੀ ਆਹ ਵੇਖੋ, ਆਪਣੇ ਆਪ ਨੂੰ ਨਿਡਰ ਕਹਿਣ ਵਾਲਾ ਬਾਦਸ਼ਾਹ ਸਿੱਖਾਂ ਨੂੰ ਜਾਂ ਹੋਰ ਸਾਧੂ ਸੰਤਾਂ ਨੂੰ ਕਤਲ ਕਰਨ ਵਾਲਾ ਕਹਿੰਦਾ ਮੈਂ ਕਿਸੇ ਕੋਲੋਂ ਡਰਦਾ ਨਹੀਂ। ਆਹ ਵੇਖੋ ਗਲੀ ਵਿੱਚ ਦੌੜਿਆ ਜਾਂਦਾ, ਇਹਦੇ ਵਿੱਚ ਤੇਰੀ ਨਿੰਦਿਆ ਹੋਵੇਗੀ। ਇਸ ਕਰਕੇ ਤੈਨੂੰ ਸਲਾਹ ਇਹ ਦਿੰਦੇ ਆ, ਤੂੰ ਦਿੱਲੀ ਵਿੱਚ ਸੌਣ ਦਾ ਖਿਆਲ ਛੱਡ ਦੇਣਾ ਕਰ। ਜਾਂ ਤੇ ਕਰ ਮੁਹਿੰਮ ਕਿਤੌਰ। ਇਸ ਕਰਕੇ ਇੱਕ ਬਹਾਨਾ ਬਣਾ ਲਾ। ਬਹਾਨਾ ਕੀ ਬਣਾਉਣਾ ਹੈ? ਤੂੰ ਇਹ ਗੱਲ ਕਹਿ ਦੇ ਵੀ ਮੈਂ ਕਿਸੇ ਰਾਜੇ ਤੇ ਚੜ੍ਹਾਈ ਕਰਨ ਲੱਗਾ, ਆਪਣੀਆਂ ਫੌਜਾਂ ਨਾਲ ਲੈ। ਬਹਾਨਾ ਬਣਾ ਲਾ ਜੰਗ ਦਾ, ਤੇ ਜੰਗ ਦਾ ਬਹਾਨਾ ਬਣਾ ਕੇ ਦਿੱਲੀ ਨੂੰ ਛੱਡ ਕੇ ਚਲੇ ਜਾਣਾ। ਲੈ ਗਮਨੋ ਲਸ਼ਕਰ ਕੋ ਜ਼ੋਰ। ਆਪਣੀ ਫੌਜ ਵੱਡੀ ਨਾਲ ਲੈ ਕੇ ਜੰਗ ਦਾ ਬਹਾਨਾ ਬਣਾ। ਜੇ ਤੂੰ ਆਪਣੇ ਆਪ ਜਾਂਦਾ, ਲੋਕਾਂ ਤੇਰੀ ਨਿੰਦਿਆ ਕਰਨੀ, ਲੋਕਾਂ ਆਖਣਾ ਵੀ ਔਰੰਗਜ਼ੇਬ ਦਿੱਲੀ ਛੱਡ ਕੇ ਭੱਜ ਗਿਆ। ਬਹਾਨਾ ਬਣਾ ਲਾ ਵੀ ਮੈਂ ਕਿਸੇ ਰਾਜੇ ਨਾਲ ਲੜਨ ਵਾਸਤੇ ਚੱਲਿਆ, ਫੌਜ ਨਾਲ ਲੈ ਕੇ ਦਿੱਲੀ ਨੂੰ ਛੱਡ ਕੇ ਦੌੜਨਾ ਕਰ। ਸੰਮਤ ਕਿਤਕ ਬੀਤ ਤੈ ਜੈ। ਜਦੋਂ ਕੁਝ ਕੁ ਸਾਲ ਫਿਰ ਬਤੀਤ ਹੋ ਜਾਣਗੇ, ਬਾਤ ਪੁਰਾਤਨ ਤਬ ਪਰ ਜੈ। ਉਸ ਵੇਲੇ ਗੱਲ ਪੁਰਾਣੀ ਪੈ ਜਾਵੇਗੀ। ਜਦੋਂ ਤੂੰ ਬਾਹਰ ਚਲੇ ਗਿਆ ਜੰਗ ਕਰਨ ਵਾਸਤੇ, 1-2 ਸਾਲ ਲੰਘ ਗਏ, ਫਿਰ ਕਿਸੇ ਨੂੰ ਲੋਕਾਂ ਨੂੰ ਚੇਤਾ ਹੀ ਭੁੱਲ ਜਾਣਾ। ਫਿਰ ਇਹ ਗੱਲ ਆਮ ਹੋ ਜਾਣੀ ਹੈ ਵੀ ਚਲੋ ਔਰੰਗਜ਼ੇਬ ਨੇ ਦਿੱਲੀ ਪੱਕੀ ਛੱਡ ਦਿੱਤੀ ਹੈ, ਸਮਾਂ ਪੈ ਜਾਏਗਾ, ਇਹ ਗੱਲਾਂ ਆਪੇ ਭੁੱਲ ਜਾਣੀਆਂ ਹਨ। ਸੁਣਤ ਪੀਰ ਤੇ ਭਇਓ ਨਿਰਾਸ਼। ਜਦੋਂ ਔਰੰਗਜ਼ੇਬ ਨੇ ਗੱਲ ਸੁਣੀ ਨਾ ਪੀਰ ਦੇ ਕੋਲੋਂ, ਤੇ ਨਿਰਾਸ਼ ਹੋ ਗਿਆ, ਮਨ ਵਿੱਚ ਬੜਾ ਦੁਖੀ ਹੋ ਗਿਆ। ਮਨ ਵਿੱਚ ਆਸ ਲੈ ਕੇ ਆਇਆ ਸੀ ਵੀ ਇਹ ਪੀਰ ਬੜਾ ਕਰਾਮਾਤੀ ਹੈ, ਇਹ ਕੋਈ ਨਾ ਕੋਈ ਇਹੋ ਜਿਹਾ ਮੰਤਰ ਪੜ੍ਹੇਗਾ, ਮੈਂ ਦਿੱਲੀ ਵਿੱਚ ਸੌਂ ਸਕਦਾ, ਆਰਾਮ ਕਰ ਸਕਦਾ। ਪਰ ਜਦੋਂ ਪੀਰ ਨੇ ਆਖਿਆ ਨਾ ਵੀ ਇੱਥੇ ਤੇ ਮੇਰੇ ਵੀ ਹੱਥ ਖੜੇ ਨੇ, ਗੁਰੂ ਕੇ ਸ਼ਹੀਦ ਸਿੰਘਾਂ ਦੇ ਅੱਗੇ ਮੇਰੀ ਕੋਈ ਤਾਕਤ ਨਹੀਂ ਹੈ, ਹੁਣ ਮਨ ਦਾ ਉਹ ਜਿਹੜਾ ਵਿਚਾਰ ਬਣਾ ਕੇ ਲਿਆਇਆ ਸੀ, ਵਿਚਾਰ ਗਿਆ ਟੁੱਟ, ਆਸ਼ਾ ਗਈ ਟੁੱਟ, ਹੋ ਗਿਆ ਨਿਰਾਸ਼, ਬੜਾ ਦੁਖੀ ਹੋਇਆ ਹੈ। ਮਿਟ ਗਈ ਪੁਰੀ ਬਾਸ ਕੀ ਆਸ। ਤੇ ਜਿਹੜਾ ਦਿੱਲੀ ਦੇ ਵਿੱਚ ਵਸਣਾ ਸੀ ਨਾ, ਉਹ ਸਾਰੀ ਆਸ ਹੀ ਟੁੱਟ ਗਈ। ਅਜੇ ਪਹਿਲਾਂ ਆਸ ਰੱਖਦਾ ਸੀ ਦਿੱਲੀ ਦੇ ਨੇੜੇ ਬਾਹਰ ਤੰਬੂ ਲਾ ਕੇ ਤੇ ਰਾਤ ਨੂੰ ਸੌਂ ਜਾਂਦਾ, ਤੇ ਸੋਚਦਾ ਸੀ ਚਲੋ ਪੀਰ ਕਿਰਪਾ ਕਰੇਗਾ ਤੇ ਮੈਂ ਦਿੱਲੀ ਵਸ ਸਕਦਾ ਹਾਂ। ਪਰ ਜਦੋਂ ਪੀਰ ਨੇ ਆਖਿਆ ਵੀ ਨਹੀਂ, ਤੇਰੀ ਜ਼ਿੰਦਗੀ ਦੀ ਆਖਰੀ ਰਾਤ ਹੋਵੇਗੀ ਜਿੱਦਣ ਦਿੱਲੀ ਵਿੱਚ ਤੂੰ ਆ ਕੇ ਰਹਿ ਪਿਆ, ਹੁਣ ਇਹਦੀ ਆਸਾ ਹੀ ਟੁੱਟ ਗਈ ਹੈ। ਹੁਣ ਪੱਕਾ ਹੀ ਫੈਸਲਾ ਹੋ ਗਿਆ ਮੈਂ ਦਿੱਲੀ ਵਿੱਚ ਆ ਨਹੀਂ ਸਕਦਾ ਹਾਂ। ਹਤੋਂ ਜਾਏ ਅਵਤਾਨੇ ਸ਼ਾਹ। ਤੇ ਮਨ ਵਿੱਚ ਸੋਚਣ ਲੱਗ ਪਿਆ ਕਿ ਬਹਾਨਾ ਕੀ ਬਣਾਵਾਂ। ਬਹਾਨਾ ਵੀ ਤੇ ਚਾਹੀਦਾ ਨਾ ਦਿੱਲੀ ਨੂੰ ਛੱਡਣ ਦਾ। ਬਹਾਨਾ ਇਹ ਬਣਾਇਆ, ਤਾਨੇ ਸ਼ਾਹ ਨਾਮ ਦਾ ਇੱਕ ਰਾਜਾ ਸੀ, ਦੱਖਣ ਦੇ ਵਿੱਚ ਰਹਿੰਦਾ। ਮਨ ਵਿੱਚ ਇਹ ਸਲਾਹ ਬਣਾਈ ਵੀ ਆਪਣੀ ਫੌਜ ਲੈ ਕੇ ਉਹਦੇ ਮਗਰ ਲੱਗ ਜਾਵਾਂ।
ਸ਼ਾਹਜਹਾਨ ਬਾਦਸ਼ਾਹ ਨੂੰ ਜਦੋਂ ਕੈਦ ਕੀਤਾ ਔਰੰਗਜ਼ੇਬ ਨੇ, ਸ਼ਾਹਜਹਾਨ ਨੇ ਗੱਲ ਵਿਸ਼ੇਸ਼ ਆਖੀ ਸੀ ਵੀ ਤਾਨੇਸ਼ਾਹ ਦੇ ਉੱਪਰ ਕਦੇ ਵੀ ਫੌਜ ਲੈ ਕੇ ਚੜ੍ਹਾਈ ਨਾ ਕਰੀ। ਸੋ ਉਹ ਆਪਣੇ ਨਾਲ ਮਿੱਤਰਤਾ ਰੱਖਦਾ ਹੈ। ਪਰ ਹੁਣ ਇਸ ਦੇ ਕੋਲ ਕੋਈ ਬਹਾਨਾ ਨਹੀਂ ਹੈ। ਬਹਾਨਾ ਇਹ ਬਣਾਇਆ ਕਿ ਮੈਂ ਤਾਨੇਸ਼ਾਹ ਦੇ ਉੱਪਰ ਫੌਜ ਚਾੜਨੀ ਹੈ, ਭਾਵੇਂ ਕਿ ਉਹ ਮਿੱਤਰ ਹੀ ਹੈ, ਪਰ ਉਹਦੇ ਨਾਲ ਮੈਂ ਦਗਾ ਕਰਨਾ। ਇਸ ਤਰ੍ਹਾਂ ਫੌਜ ਨੂੰ ਚੜ੍ਹਨ ਦਾ ਹੁਕਮ ਦਿੱਤਾ ਹੈ। ਤਿਤਿ ਬੈ ਕੋ ਕਰੋ ਨਿਵਾਹ, ਤੇ ਉੱਥੇ ਹੀ ਮੈਂ ਰਵਾਂਗਾ ਤੇ ਉੱਥੇ ਹੀ ਆਪਣਾ ਸਮਾਂ ਬਤੀਤ ਕਰਾਂਗਾ। ਇਮ ਨਿਸ਼ਚੈ ਕਰ ਸਭ ਬਿਦ ਇਸ ਤਿਆਰੀ। ਤਰ੍ਹਾਂ ਤਿਆਰੀ ਕਰ ਲਈ ਔਰੰਗਜ਼ੇਬ ਨੇ। ਹੁਣ ਦਿੱਲੀ ਤੋਂ ਪੱਕਾ ਹੀ ਜਾਣ ਲੱਗਾ। ਤਿਆਰੀ ਕਰ ਲਈ ਦੱਖਣ ਨੂੰ ਜਾਣ ਵਾਸਤੇ। ਦੱਖਣ ਦੇ ਵਿੱਚ ਇੱਕ ਸ਼ਹਿਰ ਹੈ ਔਰੰਗਾਬਾਦ, ਉੱਥੇ ਜਾ ਕੇ ਇਸ ਨੇ ਰਹਿਣਾ ਤੇ ਉੱਥੇ ਹੀ ਫਿਰ ਮਰ ਜਾਣਾ। ਸੋ ਹੁਣ ਆਪਣੀ ਫੌਜ ਲੈ ਕੇ ਔਰੰਗਜ਼ੇਬ ਜਿਹੜਾ ਦਿੱਲੀ ਤੋਂ ਤੁਰਨ ਲੱਗਾ ਹੈ। ਕਰੀ ਹਕਾਰਨ ਸੈਨਾ ਸਾਰੀ, ਆਪਣੀ ਸਾਰੀ ਫੌਜ ਨੂੰ ਹੁਕਮ ਦਿੱਤਾ, ਜਿੰਨੇ ਇਹਦੇ ਸਿਪੇ ਸਲਾਰ ਸੈਨਾਪਤੀ ਮੰਤਰੀ ਸੰਤਰੀ ਸਨ, ਸਾਰਿਆਂ ਨੂੰ ਹੁਕਮ ਕੀਤਾ ਫੌਜ ਇਕੱਠੀ ਕਰੋ ਤੇ ਸਾਰਿਆਂ ਨੂੰ ਚੱਲਣ ਦਾ ਹੁਕਮ ਹੋਇਆ ਹੈ। ਤੋਪ ਰਹਿ ਕਲੇ ਆਦ ਕਨੇਰੇ, ਵੱਡੀਆਂ ਤੋਪਾਂ ਛੋਟੀਆਂ ਤੋਪਾਂ ਵੀ ਨਾਲ ਲੈ ਲਈਆਂ। ਜੰਗ ਦੇ ਵਿੱਚ ਇਹਨਾਂ ਦੀ ਲੋੜ ਪੈਣੀ ਹੈ, ਤੋਪਾਂ ਨੂੰ ਨਾਲ ਲੈ ਕੇ ਉਸ ਵੇਲੇ ਲੇਕਰ ਚੜ ਚਾਲਿਓ ਤਿਸ ਬੇਰੇ। ਤੇ ਕਹਿਣ ਲੱਗੇ ਔਰੰਗਜ਼ੇਬ ਦਿੱਲੀ ਛੱਡ ਕੇ ਚਲਾ ਗਿਆ। ਇਹ ਸਾਰੀ ਗੱਲ ਦਿੱਲੀ ਦੀ ਸੰਗਤ ਆਈ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਪੁੱਛਿਆ, ਦੱਸੋ ਦਿੱਲੀ ਕੀ ਵਰਤਦਾ ਪਿਆ, ਔਰੰਗਜ਼ੇਬ ਦੇ ਨਾਲ ਕੀ ਹੁੰਦਾ ਪਿਆ। ਇਹ ਦਿੱਲੀ ਦੀ ਆਈ ਸੰਗਤ ਨੇ ਦੱਸਿਆ, ਮਹਾਰਾਜ ਉੱਥੇ ਇੱਕ ਪੀਰ ਆਇਆ ਸੀ। ਔਰੰਗਜ਼ੇਬ ਨੇ ਉਹਦੇ ਅੱਗੇ ਫਰਿਆਦ ਕੀਤੀ ਹੈ ਕਿ ਮੈਨੂੰ ਦਿੱਲੀ ਰਹਿਣ ਦਾ ਬਚਨ ਦੇ ਦਿਓ, ਕਿਰਪਾ ਕਰ ਦਿਓ। ਪਰ ਉਹ ਪੀਰ ਵੀ ਇੱਥੇ ਉਸ ਨੂੰ ਦਿੱਲੀ ਰਹਿਣ ਵਾਸਤੇ ਕਹਿ ਨਹੀਂ ਸਕਿਆ। ਇਸ ਕਰਕੇ ਔਰੰਗਜ਼ੇਬ ਆਪਣੀ ਫੌਜ ਲੈ ਕੇ ਦਿੱਲੀ ਨੂੰ ਛੱਡ ਕੇ ਤੇ ਉੱਥੋਂ ਚਲਾ ਗਿਆ ਹੈ। ਦੋਹਰਾ ਸੁਨਤ ਕਿਰਪਾਲ, ਕਿਰਪਾਲ ਜੁਤ ਦਿਲ ਵਾਲਨ ਕੀ ਗਾਥ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਕਿਰਪਾਲੂ ਨੇ। ਮਹਾਰਾਜ ਜੀਆਂ ਦੇ ਕੋਲ ਉਹਨਾਂ ਦੇ ਮਾਮਾ ਜੀ, ਜਿਨ੍ਹਾਂ ਦਾ ਨਾਮ ਕਿਰਪਾਲ ਚੰਦ, ਉਹ ਵੀ ਖਲੋਤੇ ਹੋਏ। ਦਿੱਲੀ ਦੀ ਸੰਗਤ ਇਹ ਸਭ ਕੁਝ ਦੱਸਦੀ ਪਈ ਹੈ। ਜਿਹੜਾ ਇਤਿਹਾਸ ਆਪਾਂ ਸੁਣਦੇ ਪਏ ਹਾਂ, ਇਹ ਦਿੱਲੀ ਦੀ ਸੰਗਤ ਮਹਾਰਾਜ ਨੂੰ ਦੱਸਦੀ ਪਈ ਹੈ। ਮਹਾਰਾਜ ਇਸ ਤਰ੍ਹਾਂ ਔਰੰਗਜ਼ੇਬ ਭੱਜਾ ਦਿੱਲੀ ਨੂੰ ਛੱਡ ਕੇ। ਮਹਾਰਾਜ ਨੇ ਸਾਰੀ ਗੱਲ ਸੁਣੀ। ਪਾਤਸ਼ਾਹ ਦੇ ਮਾਮਾ ਜੀ, ਧੰਨ ਮਾਮਾ ਕਿਰਪਾਲ ਚੰਦ ਜੀ, ਉਹਨਾਂ ਨੇ ਵੀ ਸਾਰੀ ਗੱਲਬਾਤ ਉਸ ਵੇਲੇ ਸੰਗਤ ਕੋਲੋਂ ਸੁਣੀ ਹੈ। ਮੂਡ ਨਰੰਗ ਪ੍ਰਸੰਗ ਕੋ ਪਨ ਬੂਝੋ ਤਿਨ ਸਾਥ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਵੇਲੇ ਫਿਰ ਪੁੱਛਣ ਲੱਗ ਪਏ। ਕਹਿਣ ਲੱਗੇ, ਇਹ ਤੇ ਚਲੋ ਪਤਾ ਲੱਗ ਗਿਆ ਵੀ ਦਿੱਲੀ ਛੱਡ ਕੇ ਔਰੰਗਜ਼ੇਬ ਚਲਾ ਗਿਆ ਹੈ, ਪਰ ਸਾਨੂੰ ਇਹ ਦੱਸੋ ਵੀ ਅੱਗੇ ਫਿਰ ਕੀ ਹੋਇਆ, ਉਹਦੇ ਨਾਲ ਅੱਗੇ ਕੀ ਵਾਪਰਿਆ, ਕੀ ਹੋਇਆ ਹੈ, ਇਹ ਵੀ ਸਾਨੂੰ ਦੱਸਣਾ ਕਰੋ। ਚੌਪਈ ਤਾਨੇ ਸ਼ਾਹ ਜੋ ਦੱਖਣ ਕੇ ਇਹ ਜਿਹੜਾ ਤਾਨੇਸ਼ਾਹ ਹੈ ਨਾ, ਇਹ ਦੱਖਣ ਦੇ ਵਿੱਚ ਰਹਿੰਦਾ ਹੈ। ਕਿਉਂ ਕਰ ਭਇਓ ਤਾਹੇ ਸੰਗ ਬੇਰਾ। ਉਹਦੇ ਨਾਲ ਬੈਰ ਕਿਉਂ ਹੋਇਆ? ਕਿਉਂਕਿ ਤਾਨੇਸ਼ਾਹ ਤੇ ਸ਼ਾਹਜਹਾਨ ਦੀ ਆਪਸ ਵਿੱਚ ਬੜੀ ਮਿੱਤਰਤਾ ਸੀ। ਸਤਿਗੁਰੂ ਪੁੱਛਣ ਲੱਗ ਪਏ, ਕਹਿੰਦੇ ਇਹ ਦੱਸੋ ਵੀ ਜਿੱਥੇ ਪਿਓ ਦੀ ਜਿਹਦੇ ਨਾਲ ਮਿੱਤਰਤਾ ਹੋਵੇ ਤੇ ਪੁੱਤਰ ਉਹਦੇ ਨਾਲ ਵੈਰ ਕਿਉਂ ਕਮਾਵੇਗਾ? ਇਹਨੇ ਕਿਉਂ ਫੌਜ ਚਾੜੀ ਉਹਦੇ ਉੱਪਰ? ਕਿਉਂ ਵੈਰ ਪੈ ਗਿਆ ਔਰੰਗਜ਼ੇਬ ਦਾ ਤੇ ਤਾਨੇਸ਼ਾਹ ਦਾ? ਉਹ ਸਾਨੂੰ ਦੱਸਣਾ ਕਰੋ। ਕਿਸ ਕਾਰਨ ਤੇ ਕੀਨ ਚੜਾਈ। ਇਸ ਕਰਕੇ ਏਡੀ ਵੱਡੀ ਫੌਜ ਲੈ ਕੇ ਔਰੰਗਜ਼ੇਬ ਨੇ ਚੜ੍ਹਾਈ ਕੀਤੀ ਹੈ। ਤੈ ਪ੍ਰਸੰਗ ਪਾਉਂਦੇ ਹੋ ਸੁਣਾਈ। ਇਹ ਸਾਰੀ ਸਾਨੂੰ ਕਥਾ ਸੁਣਾਓ, ਇਤਿਹਾਸ ਦੱਸੋ ਵੀ ਔਰੰਗਜ਼ੇਬ ਫੌਜ ਲੈ ਕੇ ਆਪਣੇ ਪਿਤਾ ਦੇ ਮਿੱਤਰ ਦੇ ਉੱਪਰ ਕਿਉਂ ਫੌਜ ਲੈ ਕੇ ਚੜ੍ਹਿਆ, ਕਿਉਂ ਉਹਨੂੰ ਮਾਰਨਾ ਚਾਹੁੰਦਾ, ਕਿਉਂ ਕੈਦ ਕਰਨਾ ਚਾਹੁੰਦਾ, ਇਹਦੇ ਪਿੱਛੇ ਕਾਰਨ ਕੀ ਹੈ, ਇਹ ਸਾਨੂੰ ਦੱਸੋ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਦਿੱਲੀ ਤੋਂ ਆਈ ਸੰਗਤ ਤੋਂ ਉਸ ਵੇਲੇ ਪੁੱਛਿਆ ਹੈ। ਬੰਦ ਹਾਥ ਬੋਲੇ ਦਿਲ ਵਾਲੇ। ਇਹ ਜਿਹੜੇ ਦਿੱਲੀ ਵਾਲੇ ਨੇ ਨਾ, ਹੱਥ ਜੋੜ ਕੇ ਫਿਰ ਮਹਾਰਾਜ ਨੂੰ ਕਹਿਣ ਲੱਗੇ, ਕਹਿੰਦੇ ਪਾਤਸ਼ਾਹ ਫਿਰ ਸੁਣੋ, ਅਸੀਂ ਆਪ ਜੀ ਨੂੰ ਦੱਸ ਦਿੰਦੇ ਹਾਂ। ਸੁਨੋ ਪ੍ਰਭੂ ਤੁਰਕੇਸ਼ ਕੁਚਾਲੀ। ਮਹਾਰਾਜ ਇਹ ਜਿਹੜਾ ਤੁਰਕਾਂ ਦਾ ਬਾਦਸ਼ਾਹ ਨਾ, ਮੁਗਲਾਂ ਦਾ ਔਰੰਗਜ਼ੇਬ, ਇਹ ਕੁਚਾਲੀ ਖੋਟੀ ਚਾਲ ਹੀ ਚੱਲਣ ਵਾਲਾ, ਜਿਹੜਾ ਆਪਣੇ ਭਰਾਵਾਂ ਦਾ ਨਹੀਂ ਬਣਿਆ। ਸਕੇ ਭਰਾਵਾਂ ਨੂੰ ਸ਼ਰਾਬ ਪਿਲਾ ਕੇ ਮਾਰਿਆ, ਕਿਸੇ ਨੂੰ ਧੋਖਾ ਦੇ ਕੇ ਮਾਰਿਆ, ਕਿਸੇ ਨੂੰ ਅੱਖਾਂ ਵਿੱਚ ਸਲਾਈਆਂ ਫੇਰ ਕੇ ਤੇ ਅੰਨੇ ਕਰਕੇ ਮਾਰਿਆ। ਜਿਹਨੇ ਆਪਣੇ ਸਕੇ ਭਰਾ ਮਾਰਨ ਲੱਗਿਆਂ ਵੀ ਮਨ ਵਿੱਚ ਦਇਆ ਨਹੀਂ ਆਈ, ਜਿਹਨੇ ਆਪਣੇ ਬਾਪ ਨੂੰ ਭੁੱਖਾ ਤੇ ਪਿਆਸਾ ਰੱਖ ਕੇ ਮਾਰਿਆ। ਇਹੋ ਜਿਹੇ ਬੰਦੇ ਦਾ ਕਾਹਦੀ ਉਹਦੀ ਮਿੱਤਰਤਾ ਤੇ ਕਾਹਦਾ ਉਹਦਾ ਪਿਆਰ ਹੈ, ਜਿਹੜਾ ਆਪਣਿਆਂ ਨੂੰ ਨਹੀਂ ਛੱਡ ਸਕਿਆ ਮਹਾਰਾਜ, ਉਹਨੇ ਕਿਸੇ ਨੂੰ ਕੀ ਬਖਸ਼ਣਾ ਹੈ। ਇਹ ਔਰੰਗਜ਼ੇਬ ਕੁਚਾਲੀ ਖੋਟੀ ਚਾਲ ਚੱਲਣ ਵਾਲਾ। ਪਰ ਜੇ ਆਪ ਜੀ ਨੇ ਪੁੱਛ ਹੀ ਲਿਆ ਤੇ ਚਲੋ ਫਿਰ ਤੁਹਾਨੂੰ ਦੱਸ ਦਿੰਦੇ ਹਾਂ। ਮਹਾ ਬਕੀਮਤ ਏਕ ਜਵਾਹਰ। ਇਸ ਨੇ ਨਾ ਵੱਡਾ ਇੱਕ ਜਵਾਹਰਾਤ ਮਾਰਿਆ। ਕਿਉਂ? ਇਸ ਰਾਜੇ ਦੇ ਉੱਪਰ ਫੌਜ ਕਿਉਂ ਚੜਾਈ, ਉਹ ਦੱਸਣ ਲੱਗੇ। ਕਹਿਣ ਲੱਗੇ, ਇੱਕ ਜਵਾਹਰ ਸੀਗਾ, ਹੀਰੇ ਦੇ ਵਰਗਾ ਇੱਕ ਜਵਾਹਰ ਹੁੰਦਾ ਤੇ ਉਹਦੀ ਬੜੀ ਜ਼ਿਆਦਾ ਕੀਮਤ ਹੁੰਦੀ ਹੈ। ਕਹਿਣ ਲੱਗੇ, ਇੱਕ ਬੇਕੀਮਤਾ ਜਵਾਹਰ, ਜਿਹਨੂੰ ਲਾਲ ਕਹਿ ਦਿੰਦੇ ਨੇ,
ਬਹੁਤ ਵੱਡੇ ਮਹਿੰਗੇ ਮੁੱਲ ਵਾਲਾ, ਇੱਕ ਜਵਾਰ ਲੈ ਕੇ ਇੱਕ ਲਾਲ ਲੈ ਕੇ। ਤਾਨੇ ਸ਼ਾਹ ਨਿਕਟ ਦੁੱਤ ਤੇ ਜ਼ਹਰ, ਉਹ ਤਾਨੇ ਸ਼ਾਹ ਦੇ ਕੋਲ ਹੈ ਇੱਕ ਬੜਾ ਸੋਹਣਾ ਲਾਲ ਸੀ ਮਹਿੰਗੀ ਕੀਮਤ ਦਾ। ਤੇ ਤਾਨੇ ਸ਼ਾਹ ਦੱਖਣ ਦਾ ਰਾਜਾ ਹੈ, ਉਹਨੇ ਆਪਣੇ ਕੋਲ ਉਹ ਲਾਲ ਰੱਖਿਆ ਹੋਇਆ, ਬੜੀ ਮਹਿੰਗੀ ਉਹਦੀ ਕੀਮਤ ਹੈ, ਬੜੀ ਕੀਮਤ ਵਾਲਾ ਹੈ। ਛਾਪ ਆਪਣੀ ਮੈਂ ਸੋ ਰੱਖਤ, ਉਹ ਤਾਨੇ ਸ਼ਾਹ ਨੇ ਉਹ ਜਿਹੜਾ ਲਾਲ ਸੀ ਨਾ ਆਪਣੀ ਮੁੰਦਰੀ ਦੇ ਵਿੱਚ ਹੱਥ ਵਿੱਚ ਉਹ ਇੱਕ ਛਾਪ ਪਾਉਂਦਾ ਹੈ। ਛਾਪ ਦੇ ਵਿੱਚ ਉਹ ਹੀਰਾ ਜਿਹੜਾ ਸੀ ਲਾਲ, ਉਹ ਬੜੇ ਬੜੇ ਜਿਹੜੇ ਕਾਰੀਗਰ ਨੇ ਉਹਨਾਂ ਨੇ ਜੜਿਆ ਹੋਇਆ, ਤੇ ਉਹ ਛਾਪ ਆਪਣੀ ਉਂਗਲ ਵਿੱਚ ਪਾ ਕੇ ਰੱਖਦਾ। ਤਾਨੇ ਸ਼ਾਹ ਬੜਾ ਮਹਿੰਗਾ ਹੀਰਾ ਲਾਲ, ਜਿਸ ਨੂੰ ਜਵਾਹਰ ਕਿਹਾ ਜਾਂਦਾ, ਕਹਿੰਦੇ ਇਸ ਤਰ੍ਹਾਂ ਦਾ ਉਹ ਜਵਾਹਰ ਜਿਹੜਾ ਹੈ ਨਾ ਆਪਣੀ ਮੁੰਦਰੀ ਦੇ ਵਿੱਚ ਉਸਨੇ ਪਰੋ ਕੇ ਰੱਖਿਆ ਹੋਇਆ ਹੈ। ਇਸ ਲੈਵੇ ਹਿਤ ਇਹ ਅਵਿਲਾਖਤ, ਤੇ ਇਸ ਨੂੰ ਲੈਣਾ ਚਾਹੁੰਦਾ ਕੌਣ? ਔਰੰਗਜ਼ੇਬ ਨੂੰ ਪਤਾ ਲੱਗ ਗਿਆ ਵੀ ਤਾਨੇ ਸ਼ਾਹ ਦੇ ਕੋਲ ਇੱਕ ਬੜਾ ਕੀਮਤੀ ਲਾਲ ਹੈ। ਇਹਨੇ ਕਈ ਬੰਦੇ ਭੇਜੇ ਔਰੰਗਜ਼ੇਬ ਦੇ ਕੋਲ ਵੀ, ਔਰੰਗਜ਼ੇਬ ਮੈਂ ਤੇਰੇ ਤੋਂ ਵੱਡਾ, ਤੂੰ ਮੇਰੇ ਤੋਂ ਛੋਟਾ, ਇਸ ਕਰਕੇ ਇਹ ਲਾਲ ਮੈਨੂੰ ਦੇ ਦੇ। ਕਈ ਵਾਰੀ ਇਸ ਨੇ ਮੰਗਣਾ ਚਾਹਿਆ, ਕਈ ਵਾਰੀ ਸੁਨੇਹੇ ਭੇਜੇ ਵੀ ਉਸ ਦੇ ਕੋਲੋਂ ਲਾਲ ਲੈਣ ਵਾਸਤੇ। ਇੱਕ ਜੌਹਰੀ ਖੋਜੋ ਐਸੇ, ਇੱਕ ਜੌਹਰੀ ਨੇ ਉਹ ਲਾਲ ਖੋਜਿਆ ਸੀ ਤੇ ਉਸ ਦੀ ਖੋਜ ਕੇ ਉਸਨੇ ਪਰਖ ਕੀਤੀ ਹੈ। ਪਰਖਨ ਮੈਂ ਕੋ ਨਹਿ ਤਿਸ ਜੈਸੋ, ਉਸ ਜੌਹਰੀ ਵਰਗਾ ਕੋਈ ਨਹੀਂ। ਔਰੰਗਜ਼ੇਬ ਨੇ ਇੱਕ ਜੌਹਰੀ ਭੇਜਿਆ, ਕਹਿਣ ਲੱਗੇ ਵੀ ਜੌਹਰੀ ਇੰਨਾ ਸਿਆਣਾ ਹੈ, ਇਹਨੂੰ ਹੀਰੇ ਦੀ ਇੰਨੀ ਪਰਖ ਹੈ, ਲਾਲ ਦੀ ਇੰਨੀ ਪਰਖ ਹੈ ਵੀ ਇਹਦੇ ਵਰਗਾ ਪਾਰਖੂ ਬੰਦਾ ਉਦੋਂ ਕੋਈ ਨਹੀਂ ਹੈ। ਐਸੇ ਸਿਆਣੇ ਜੌਹਰੀ ਨੇ ਇਸ ਲਾਲ ਦੀ ਪਰਖ ਕੀਤੀ ਹੈ। ਕਰਤ ਪਾਰਖਾ ਬ੍ਰਿੰਦ ਜਵਾਹਰ, ਕਿਉਂਕਿ ਇਸ ਜੌਹਰੀ ਨੇ ਕਈ ਪਹਿਲਾਂ ਹੀਰੇ ਜਵਾਹਰਾਤ ਲਾਲ ਪਰਖੇ ਸਨ। ਇਹਦਾ ਕੰਮ ਹੀ ਸੀਗਾ ਹੀਰਿਆਂ ਦੀ ਪਰਖ ਕਰਨਾ, ਬੜਾ ਤਜਰਬਾ ਰੱਖਦਾ ਹੈ। ਜਾਣਤ ਸਭ ਕੀ ਕੀਮਤ ਜ਼ਾਹਰ, ਇਹ ਜਿਹੜਾ ਜੌਹਰੀ ਹੈ ਇਹ ਸਾਰਿਆਂ ਦੀ ਕੀਮਤ ਜਾਣਦਾ ਹੈ। ਜਦੋਂ ਕੋਈ ਨੂੰ ਹੀਰਾ ਫੜਾ ਦੇਵੇ, ਹੀਰਾ ਫੜ ਕੇ ਵੇਖਦੇ ਹੀ ਕਹਿ ਦਿੰਦਾ ਵੀ ਇੰਨੇ ਪੈਸੇ ਆਂਦਾ। ਸੋ ਇੰਨਾ ਇਹ ਮਾਹਰ ਆਪਣੇ ਕੰਮ ਦੇ ਵਿੱਚ ਹੈ। ਹੀਰਿਆਂ ਦੀ ਕੀ ਕੀਮਤ ਹੈ, ਜਵਾਹਰ ਦੀ ਕੀ ਕੀਮਤ ਹੈ, ਲਾਲ ਦੀ ਕੀ ਕੀਮਤ ਹੈ, ਝੱਟ ਵੇਖ ਕੇ ਉਹਦੀ ਕੀਮਤ ਦੱਸ ਦਿੰਦਾ ਹੈ। ਇੰਨਾ ਇਹ ਤਜਰਬਾ ਜੌਹਰੀ ਰੱਖਦਾ ਕਿ ਇਸ ਨੂੰ ਸਾਰੇ ਹੀਰਿਆਂ ਦਾ ਮੁੱਲ ਪਤਾ ਹੈ। ਐਸੋ ਕਹਿਓ ਬਣਾਉ ਵਪਾਰੀ, ਇਸ ਰਾਜੇ ਨੇ, ਔਰੰਗਜ਼ੇਬ ਨੇ ਉਹ ਜੌਹਰੀ ਨੂੰ ਸੱਦਿਆ ਆਪਣੇ ਕੋਲ। ਜੌਹਰੀ ਨੂੰ ਕਹਿਣ ਲੱਗਾ ਵੀ ਤੂੰ ਵਪਾਰੀ ਬਣ ਕੇ ਨਾ, ਪਤਾ ਨਾ ਲੱਗੇ ਉਸ ਰਾਜੇ ਨੂੰ ਵੀ ਤੂੰ ਕੌਣ ਹੈ, ਵਪਾਰੀ ਬਣ ਜਾ ਵੀ ਮੈਂ ਤੇ ਸੌਦਾ ਕਰਦਾ ਹਾਂ। ਵਪਾਰੀ ਬਣ ਕੇ ਤੇ ਦੱਖਣ ਚਲੇ ਜਾ ਤਾਨੇ ਸ਼ਾਹ ਦੇ ਕੋਲ, ਤੇ ਉਹਦੇ ਨਾਲ ਜਾ ਕੇ ਇਸ ਤਰ੍ਹਾਂ ਕਰਨਾ ਕਰ। ਗਮਨੋਂ ਦੱਖਣ ਕੀਜੈ ਤਿਆਰੀ, ਦੱਖਣ ਜਾਣ ਦੀ ਛੇਤੀ ਨਾਲ ਤਿਆਰੀ ਕਰਨਾ ਕਰੋ। ਮੁਲਾਕਾਤ ਕਰ ਤਾਨੇ ਸ਼ਾਹੂ, ਇਹ ਤਾਨੇ ਸ਼ਾਹ ਜਿਹੜਾ ਰਾਜਾ ਹੈ ਨਾ ਦੱਖਣ ਦਾ, ਉਹਦੇ ਨਾਲ ਮੁਲਾਕਾਤ ਕਰ। ਮਨ ਵਿੱਚ ਬੇਈਮਾਨੀ ਹੈ ਨਾ, ਕਪਟ ਹੈ। ਰਾਜ ਵੀ ਬੇਈਮਾਨੀ ਦੇ ਨਾਲ ਲਿਆ ਕਪਟ ਕਰਕੇ। ਹੁਣ ਉਹ ਮਹਿੰਗਾ ਲਾਲ ਲੈਣਾ, ਉਹਦੇ ਵਾਸਤੇ ਵੀ ਕਪਟ ਕੀਤਾ। ਇੱਕ ਜੌਹਰੀ ਨੂੰ ਭੇਜਿਆ ਬੜਾ ਪਰਖ ਰੱਖਦਾ, ਕਹਿਣ ਲੱਗਾ ਵੀ ਜਾ ਦੱਖਣ ਵਿੱਚ ਜਾ ਕੇ ਤਾਨੇ ਸ਼ਾਹ ਨਾਮ ਦਾ ਜਿਹੜਾ ਰਾਜਾ ਹੈ ਉਹਦੇ ਨਾਲ ਜਾ ਕੇ ਮੁਲਾਕਾਤ ਕਰ, ਉਹਦੇ ਨਾਲ ਧੋਖਾ ਕਰਕੇ ਫਿਰ ਖੋ ਜਵਾਹਰ ਤਿਸ ਕਰਮਾਹੂ, ਜਿਹੜਾ ਉਹਨੇ ਮੁੰਦਰੀ ਦੇ ਵਿੱਚ ਪਾਇਆ ਹੋਇਆ ਹੀਰਾ ਉਹਦੀ ਕੀਮਤ ਵੇਖ ਪਹਿਲਾਂ ਜਾ ਕੇ। ਚੰਗੀ ਤਰ੍ਹਾਂ ਬਾਦਸ਼ਾਹ ਦੇ ਕੋਲ ਜਾ, ਤੈਨੂੰ ਕੋਲ ਜਾ ਕੇ ਹੀਰਾ ਦਿਸ ਪਵੇਗਾ, ਲਾਲ ਦਿਸ ਪਵੇਗਾ। ਉਹਦੀ ਕੀਮਤ ਵੇਖ ਵੀ ਕਿੰਨੀ ਕੁ ਹੈ, ਕਿੰਨੇ ਕੁ ਮਹਿੰਗੇ ਮੁੱਲਦਾ, ਕਿੰਨੀ ਕੁ ਉਸ ਦੀ ਕੀਮਤ ਹੈ। ਪਰਖੋ ਕੇਤਕ ਕੀਮਤ ਕੇਰੋ, ਤੇ ਉਸ ਦੀ ਵੇਖ ਵੀ ਕੀਮਤ ਕਿੰਨੀ ਹੈ, ਕਿੰਨੇ ਮੁੱਲ ਦਾ, ਕਿੰਨਾ ਮਹਿੰਗਾ ਹੈ। ਨਿਜ ਬੁੱਧੀ ਕਰਨੀ ਕੇਹਰੋ, ਆਪਣੀ ਸਿਆਣਪ ਦੇ ਨਾਲ, ਕਿਉਂਕਿ ਇੰਨਾ ਮਹਿੰਗਾ ਕੀਮਤੀ ਹੀਰਾ ਤੇ ਰਾਜਾ ਤੈਨੂੰ ਫੜਾਵੇਗਾ ਨਹੀਂ। ਕੋਈ ਇਹੋ ਜਿਹੀ ਚਲਾਕੀ ਕਰ, ਇਹੋ ਜਿਹਾ ਕੋਈ ਦਾ ਖੇਡ, ਕੋਈ ਇਹੋ ਜਿਹੀ ਵਿਉਂਤ ਬਣਾ ਜਾਂ ਗੱਲਬਾਤ ਹੀ ਇਸ ਤਰੀਕੇ ਨਾਲ ਕਰ ਵੀ ਉਹ ਰਾਜਾ ਤੈਨੂੰ ਫੜਾ ਦੇਵੇ ਹੀਰਾ, ਤੇ ਤੂੰ ਚੰਗੀ ਤਰ੍ਹਾਂ ਪਰਖ, ਫਿਰ ਉਹਦੀ ਕੀਮਤ ਵੇਖ ਵੀ ਇਹ ਕਿੰਨੇ ਮੁੱਲ ਦਾ। ਇਹ ਸਾਰੀ ਤੇਰੀ ਬੁੱਧੀ ਦੀ ਸਿਆਣਪ ਉੱਪਰ ਨਿਰਭਰ ਕਰਦਾ ਹੈ। ਤੂੰ ਆਪਣੀ ਬੁੱਧੀ ਦੀ ਸਿਆਣਪ ਦੇ ਨਾਲ ਇਹ ਕੰਮ ਕਰਨਾ ਕਰ। ਚਲਿਓ ਜਹੁਰੀ ਆਏ ਸਮਾਨੀ, ਤੇ ਇਹ ਜਿਹੜਾ ਜੌਹਰੀ ਹੈ ਨਾ ਹੀਰੇ ਦੀ ਪਰਖ ਕਰਨ ਵਾਲਾ, ਔਰੰਗਜ਼ੇਬ ਦਾ ਮੰਨ ਕੇ ਹੁਕਮ ਦਿੱਲੀੋਂ ਚੱਲ ਪਿਆ ਦੱਖਣ ਵਾਲੇ ਪਾਸੇ ਨੂੰ, ਕਿਉਂਕਿ ਦੱਖਣ ਦੇ ਵਿੱਚ ਰਹਿੰਦਾ ਤਾਨੇ ਸ਼ਾਹ। ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਮੰਨ ਕੇ ਇਹ ਜੌਹਰੀ ਕਹਿੰਦੇ ਉਸ ਵੇਲੇ ਚੱਲਿਆ ਹੈ। ਅਧਿਕ ਦਰਬਲੇ ਤਿਆਰੀ ਠਾਨੀ, ਤੇ ਬਹੁਤੀ ਮਾਇਆ ਵੀ ਨਾਲ ਦੇ ਦਿੱਤੀ। ਜੇ ਤੈਨੂੰ ਮਾਇਆ ਖਰਚਣੀ ਪਵੇ, ਮੁੱਲ ਦੇਣਾ ਪਵੇ, ਤੇ ਆ ਮਾਇਆ ਨਾਲ ਲਿਜਾ ਕੇ ਤੇ ਤੂੰ ਸਾਰਾ ਕੁਝ ਕਰ ਸਕਦਾ ਹੈ। ਸਗਰੋ ਮਾਰਗੋ ਲੰਘਿਓ ਜਾਏ, ਤੇ ਇਹ ਜਿਹੜਾ ਜੌਹਰੀ ਸੀ ਨਾ ਦਿੱਲੀੋਂ ਚੱਲ ਕੇ ਚਲਦਿਆਂ ਚਲਦਿਆਂ ਸਾਰਾ ਰਸਤਾ ਤੈਅ ਕਰਕੇ ਤੇ ਪਹੁੰਚ ਗਿਆ ਭਾਈ ਦੱਖਣ, ਜਿੱਥੇ ਉਹ ਰਾਜਾ ਰਹਿੰਦਾ ਤਾਨੇ ਸ਼ਾਹ, ਉਹਦੇ ਕੋਲ ਪਹੁੰਚਾ ਹੈ। ਪਹੁੰਚ ਹੈਦਰਾਬਾਦ ਸੋਥਾਏ, ਇਹ ਕਹਿਣ ਲੱਗੇ ਵੀ ਹੈਦਰਾਬਾਦ ਨਾਮ ਦਾ ਇੱਕ ਸ਼ਹਿਰ ਹੈ। ਅੱਜ ਵੀ ਆਪਾਂ ਉਹ ਸ਼ਹਿਰ ਦਾ ਨਾਮ ਸੁਣਦੇ ਹਾਂ, ਬੜਾ ਵੱਡਾ ਸ਼ਹਿਰ ਹੈ ਹੈਦਰਾਬਾਦ। ਕਹਿਣ ਲੱਗੇ ਵੀ ਜੌਹਰੀ ਚੱਲਦਾ ਚੱਲਦਾ ਹੈਦਰਾਬਾਦ ਸ਼ਹਿਰ ਵਿੱਚ ਪਹੁੰਚਾ ਹੈ। ਕੇਤਕ ਦਿਨ ਤੈ ਥਿਰਤਾ ਰਾਖੀ, ਤੇ ਇਸ
ਜੌਹਰੀ ਨੇ ਕਹਿਣ ਲੱਗੇ ਵੀ ਕੁਝ ਦਿਨ ਉੱਥੇ ਆਪਣੀ ਜਿਹੜੀ ਹੈ ਨਾ ਉਹ ਥਿਰਤਾ ਰੱਖੀ, ਕੁਝ ਦਿਨ ਉੱਥੇ ਰਿਹਾ। ਸੋ ਕਹਿਣ ਲੱਗੇ ਗੋਲਕੰਡਾ ਨਾਮ ਦਾ ਜਿਹੜਾ ਸ਼ਹਿਰ ਹੈ ਨਾ ਰਿਆਸਤ, ਉਹਦੇ ਵਿੱਚ ਕੋਈ ਇਹ ਸ਼ਹਿਰ ਹੈ ਹੈਦਰਾਬਾਦ ਪਹਿਲੇ ਸਮਿਆਂ ਦੇ ਵਿੱਚ। ਸੋ ਕਹਿਣ ਲੱਗੇ ਵੀ ਕੁਝ ਦਿਨ ਜਾ ਕੇ ਇਸ ਨੇ ਉੱਥੇ ਜਾ ਕੇ ਰਹਿਣਾ ਕੀਤਾ ਹੈ। ਸੋ ਇਸ ਤਰ੍ਹਾਂ ਇਹਦਾ ਉੱਥੇ ਨਿਵਾਸ ਹੋਇਆ। ਵਿਦਵਾਨ ਕਹਿੰਦੇ ਨੇ ਪਹਿਲਾਂ ਇਸ ਦਾ ਨਾਮ ਜਿਹੜਾ ਕੋਈ ਹੋਰ ਸੀ, ਪਰ ਇਸ ਨੇ ਭਾਗਨਗਰ ਰੱਖਿਆ ਸੀ। ਭਾਗਮਤੀ ਉਸ ਦੀ ਘਰਵਾਲੀ ਸੀ ਰਾਜੇ ਦੀ, ਤੇ ਉਸਨੇ ਆਪਣੀ ਘਰਵਾਲੀ ਤੋਂ ਇਹ ਨਾਮ ਜਿਹੜਾ ਸੀ ਰੱਖਿਆ ਸੀ ਭਾਗਮਤੀ, ਪਰ ਉਹਦੇ ਮਰ ਜਾਣ ਤੋਂ ਬਾਅਦ ਵਿੱਚ ਹੈਦਰਾਬਾਦ ਪੈ ਗਿਆ। ਇਸ ਤਰ੍ਹਾਂ ਹੈਦਰਾਬਾਦ ਦਾ ਕੁਝ ਇਤਿਹਾਸ ਹੈ ਵੀ ਉਹਦਾ ਨਾਮ ਕਿਵੇਂ ਪਿਆ ਹੈ। ਮੁਲਾਕਾਤ ਠਹਿਰਾਵਨ ਕੀ, ਤੇ ਇਸ ਨੇ ਉੱਥੇ ਰਹਿ ਕੇ ਹੈਦਰਾਬਾਦ ਦੇ ਵਿੱਚ ਮੁਲਾਕਾਤ ਦਾ ਪ੍ਰੋਗਰਾਮ ਬਣਾਇਆ ਵੀ ਰਾਜੇ ਕੋਲ ਜਾਣਾ ਕਿਵੇਂ ਹੈ, ਉਹਦੇ ਨਾਲ ਗੱਲ ਕਿਵੇਂ ਕਰਨੀ ਹੈ, ਹੀਰੇ ਨੂੰ ਕਿਵੇਂ ਪਰਖਣਾ, ਸਾਰੀ ਵਿਉਂਤ ਬਣਾ ਕੇ ਤੇ ਫਿਰ ਇਸ ਨੇ ਰਾਜੇ ਕੋਲੋਂ ਸਮਾਂ ਮੰਗ ਲਿਆ ਜੀ ਮੈਨੂੰ ਮੁਲਾਕਾਤ ਦਾ ਸਮਾਂ ਦੇਣਾ ਕਰੋ। ਵਾਸਤੇ ਅਨੂਠੀ ਲੈ ਕਰ ਗਏ, ਅਤੇ ਉਹਦੇ ਵਾਸਤੇ ਇੱਕ ਅਨੋਖੀ ਵਸਤੂ ਜਿਹੜੀ ਹੈ ਨਾ ਉਹ ਲੈ ਕੇ ਗਿਆ ਵੀ ਰਾਜਾ ਬਹੁਤੀ ਅਨੋਖੀ ਵਸਤੂ ਵੇਖ ਕੇ ਖੁਸ਼ ਹੋ ਜਾਵੇ। ਬੜੀ ਸੋਹਣੀ ਅਨੋਖੀ ਇੱਕ ਕੀਮਤੀ ਚੀਜ਼ ਲੈ ਕੇ ਗਿਆ ਹੈ। ਕਦਮ 50 ਫਰਕ ਠਹਿਰਿਓ, ਤੇ ਕਹਿਣ ਲੱਗੇ ਵੀ 50 ਕਦਮਾਂ ਦੂਰੀ ਤੇ ਚੱਲ ਕੇ ਨਾ ਇਹ ਜੌਹਰੀ ਜਿਹੜਾ ਰਾਜੇ ਕੋਲ ਚਲਾ ਤੇ ਗਿਆ, ਪਰ 50 ਕਦਮਾਂ ਪਿੱਛੇ 50 ਕਦਮਾਂ ਦਾ ਵੀ ਤੇ ਫਾਸਲਾ ਛੱਡ ਦਿੱਤਾ, ਜਾ ਕੇ ਠਹਿਰ ਗਿਆ ਹੈ। ਤਾਂ ਖਰੇ ਹੋਏ ਬੰਦਨ ਕਰੀ, ਤੇ ਉੱਥੇ ਖਲੋ ਕੇ ਜੌਹਰੀ ਨੇ ਦੂਰੋਂ ਸਿਰ ਝੁਕਾ ਕੇ ਸਜਦਾ ਕੀਤਾ, ਰਾਜੇ ਨੂੰ ਨਮਸਕਾਰ ਕੀਤੀ ਹੈ। ਮਿਲਿਓ ਸ਼ਾਹੋ ਸੁਬਹੁ ਮਤ ਧਰੀ, ਫਿਰ ਕਹਿਣ ਲੱਗੇ ਬਾਦਸ਼ਾਹ ਬੜਾ ਖੁਸ਼ ਹੋਇਆ ਵੀ ਇਹ ਤੇ ਮੇਰਾ ਬੜਾ ਸਤਿਕਾਰ ਕਰਦਾ, 50 ਕਦਮਾਂ ਦੂਰੋਂ ਹੀ ਮੈਨੂੰ ਨਮਸਕਾਰ ਕਰਦਾ ਪਿਆ, ਇਹ ਬੜੀ ਸੋਹਣੀ ਮੇਰੇ ਵਾਸਤੇ ਚੀਜ਼ ਲੈ ਕੇ ਆਇਆ ਭੇਟ ਕਰਨ ਵਾਸਤੇ। ਇਹ ਤਾਨੇ ਸ਼ਾਹ ਇਸ ਦੀ ਬੁੱਧੀ ਸਿਆਣਪ ਵੇਖ ਕੇ, ਇਹਦਾ ਸਤਿਕਾਰ ਕਰਨ ਦਾ ਤਰੀਕਾ ਵੇਖ ਕੇ ਤਾਨੇ ਸ਼ਾਹ ਬੜਾ ਖੁਸ਼ ਹੋਇਆ। ਉਸਨੇ ਫਿਰ ਇਹਦੇ ਨਾਲ ਨੇੜੇ ਹੋ ਕੇ ਮੁਲਾਕਾਤ ਕੀਤੀ ਹੈ। ਤਾਨੇ ਸ਼ਾਹ ਉਭਾਰਿਓ ਹੱਥ, ਉਸ ਵੇਲੇ ਤਾਨੇ ਸ਼ਾਹ ਨੇ ਨਾ ਆਪਣਾ ਹੱਥ ਉੱਪਰ ਨੂੰ ਚੁੱਕਿਆ ਇਹਨੂੰ ਮਿਲਣ ਵਾਸਤੇ ਜੌਹਰੀ ਨੂੰ। ਜਦੋਂ ਉਸਨੇ ਆਪਣਾ ਹੱਥ ਉੱਪਰ ਕੀਤਾ ਹੈ, ਜਿਸ ਮਹਿ ਰਤਨ ਮੁੰਦਰੀ ਸਾਥ, ਤੇ ਹੱਥ ਵੀ ਉਹਨੇ ਉਹ ਚੁੱਕਿਆ ਜਿਹੜੇ ਹੱਥ ਵਿੱਚ ਮੁੰਦਰੀ ਪਾਈ ਹੈ, ਤੇ ਜਿਸ ਮੁੰਦਰੀ ਦੇ ਵਿੱਚ ਹੀਰਾ ਪਾਇਆ ਹੋਇਆ, ਉਹ ਹੀਰੇ ਵਾਲੀ ਮੁੰਦਰੀ ਜਿਸ ਹੱਥ ਵਿੱਚ ਪਾਈ ਹੈ, ਤਾਨੇ ਸ਼ਾਹ ਰਾਜੇ ਨੂੰ ਆਪਣਾ ਹੱਥ ਉੱਪਰ ਨੂੰ ਚੁੱਕਿਆ ਹੈ। ਸਿਰ ਪਰ ਕਰ ਮੂਸ਼ਨ ਪਰ ਫੇਰਾ, ਤੇ ਉਸਨੇ ਕੀ ਕੀਤਾ, ਪਹਿਲਾਂ ਤੇ ਆਪਣਾ ਹੱਥ ਆਪਣੇ ਸਿਰ ਤੇ ਫੇਰਿਆ, ਤੇ ਬਾਅਦ ਵਿੱਚ ਆਪਣਾ ਹੱਥ ਆਪਣੀਆਂ ਮੁੱਛਾਂ ਤੇ ਫੇਰਿਆ। ਹੁਣ ਉਸੇ ਹੱਥ ਦੀ ਉਂਗਲੀ ਦੇ ਵਿੱਚ ਛਾਪ ਪਾਈ ਹੈ, ਤੇ ਛਾਪ ਦੇ ਵਿੱਚ ਲਾਲ ਜੜਿਆ ਹੋਇਆ। ਤੇ ਕਹਿਣ ਲੱਗੇ ਇਸ ਤਾਨੇ ਸ਼ਾਹ ਨੇ ਜੌਹਰੀ ਨੂੰ ਮਿਲਣ ਤੋਂ ਪਹਿਲਾਂ ਆਪਣੇ ਸਿਰ ਤੇ ਹੱਥ ਫੇਰਿਆ, ਫਿਰ ਆਪਣੀਆਂ ਮੁੱਛਾਂ ਨੂੰ ਤਾ ਦਿੱਤਾ, ਮੁੱਛਾਂ ਤੇ ਹੱਥ ਲਾਇਆ। ਤੇ ਕਹਿਣ ਲੱਗੇ ਉਸ ਵੇਲੇ ਤਬੈ ਜਵਾਹਰ ਤਿਸਨੇ ਹੀਰਾ, ਉਸ ਵੇਲੇ ਜਵਾਰੀ ਨੇ ਵੇਖ ਲਿਆ ਵੀ ਹੁਣ ਮੌਕਾ ਹੈ, ਇਹ ਇਸ ਵੇਲੇ ਮੇਰੇ ਸਤਿਕਾਰ ਵਿੱਚ ਲੱਗਾ ਹੋਇਆ, ਇਹਦਾ ਧਿਆਨ ਮੇਰੇ ਵੱਲ ਹੈ, ਇਹਦਾ ਧਿਆਨ ਆਪਣੀ ਮੁੰਦਰੀ ਵੱਲ ਨਹੀਂ ਹੈ, ਇਹਦਾ ਧਿਆਨ ਆਪਣੇ ਹੀਰੇ ਵੱਲ ਨਹੀਂ ਹੈ। ਇਸ ਵੇਲੇ ਮੇਰੇ ਕੋਲ ਦਾ ਲੱਗ ਸਕਦਾ, ਇਸ ਵੇਲੇ ਮੈਂ ਆਪਣੀ ਜਿਹੜੀ ਸਕੀਮ ਹੈ ਉਹਦੇ ਵਿੱਚ ਕਾਮਯਾਬ ਹੋ ਸਕਦਾ ਹਾਂ। ਜਾਮਾ ਹੋ ਤੋ ਜ਼ਹਰੀ ਕਰੇ, ਤੇ ਕਹਿਣ ਲੱਗੇ ਉਸ ਵੇਲੇ ਇਹ ਜਿਹੜਾ ਜੌਹਰੀ ਹੈ ਨਾ, ਇਹਨੇ ਗਲ ਵਿੱਚ ਬੜਾ ਵੱਡਾ ਇੱਕ ਚੋਲਾ ਪਾਇਆ ਹੋਇਆ, ਬੜਾ ਵੱਡਾ ਜਾਮਾ ਲੰਮਾ ਖੁੱਲਾ ਇਸ ਤਰ੍ਹਾਂ ਦਾ ਵਸਤਰ ਗਲ ਵਿੱਚ ਪਾਇਆ ਹੈ। ਤੈ ਪ੍ਰਤਿਬਿੰਬ ਆਨ ਤੈ ਪਰੇ, ਤੇ ਇਹ ਪਹਿਲਾਂ ਤਿਆਰੀ ਕਰਕੇ ਗਿਆ, ਕਿਉਂਕਿ ਜੌਹਰੀ ਨੂੰ ਪਤਾ ਸੀ ਵੀ ਮੈਨੂੰ ਬਹੁਤਾ ਸਮਾਂ ਮਿਲਣਾ ਨਹੀਂ, ਸਮਾਂ ਮੈਨੂੰ ਬੜਾ ਥੋੜਾ ਮਿਲਣਾ, ਮੈਂ ਹੀਰੇ ਦੀ ਪਰਖ ਵੀ ਕਰਨੀ ਹੈ, ਉਹਦੀ ਕੀਮਤ ਵੀ ਜਾਣਨੀ ਹੈ ਵੀ ਕਿੰਨੀ ਕੀਮਤ ਦਾ, ਔਰ ਪਰਖ ਵੀ ਕਰਨੀ ਵੀ ਅਸਲੀ ਹੈ ਕਿ ਨਕਲੀ ਹੈ, ਤੇ ਫਿਰ ਮੈਂ ਹੀਰਾ ਲੈਣਾ ਵੀ ਹੈ। ਟਾਈਮ ਤੇ ਕੁਝ ਮਿੰਟਾਂ ਦਾ ਮਿਲਣਾ ਹੈ, ਪਰ ਕਰਨਾ ਮੈਨੂੰ ਸਾਰਾ ਕੁਝ ਪੈਣਾ ਹੈ। ਇਸ ਕਰਕੇ ਜੌਹਰੀ ਨੇ ਗਲ ਵਿੱਚ ਚੋਲਾ ਹੀ ਇਦਾਂ ਦਾ ਪਾਇਆ ਕਿ ਜਦੋਂ ਉਸ ਹੀਰੇ ਦੀ ਲਿਸ਼ਕ, ਉਹਦਾ ਪ੍ਰਕਾਸ਼ ਮੇਰੇ ਚੋਲੇ ਤੇ ਆ ਕੇ ਪਵੇਗਾ, ਮੈਂ ਉਥੋਂ ਅਨੁਮਾਨ ਲਗਾਵਾਂਗਾ ਵੀ ਇਹ ਕਿੰਨੀ ਕੁ ਚਮਕਦਾ ਦੇਣ ਵਾਲਾ ਹੀਰਾ ਹੈ ਤੇ ਕਿੰਨੇ ਕੁ ਮੁੱਲ ਵਾਲਾ। ਫਿਰ ਉਹਦੇ ਤੋਂ ਅੱਗੇ ਮੈਂ ਆਪਣੀ ਕਾਰਵਾਈ ਪਾਵਾਂਗਾ ਹੀਰਾ ਲੈਣ ਦੀ। ਕਹਿਣ ਲੱਗੇ ਜੌਹਰੀ ਬੜਾ ਸਿਆਣਾ, ਬੜਾ ਰੰਗਾਂ ਦਾ ਚੋਲਾ ਜਿਹਦੇ ਤੇ ਲਿਸ਼ਕ ਆ ਕੇ ਪ੍ਰਤੀਬਿੰਬ ਪਵੇ ਹੀਰੇ ਦਾ, ਇਸ ਤਰ੍ਹਾਂ ਦਾ ਪਾ ਕੇ ਤਾਨੇ ਸ਼ਾਹ ਦੇ ਸਾਹਮਣੇ ਖਲੋਤਾ ਹੈ। ਤਾਨੇ ਸ਼ਾਹ ਬਾਦਸ਼ਾਹ ਆਪਣੀਆਂ ਮੁੱਛਾਂ ਤੇ ਹੱਥ ਫੇਰਦਾ ਹੋਇਆ, ਹੀਰੇ ਉੱਪਰ ਜੌਹਰੀ ਦੀ ਨਿਗਾਹ ਪੈ ਗਈ ਹੈ। ਇਹ ਜੌਹਰੀ ਹੁਣ ਉਹਦੇ ਕੋਲੋਂ ਕਿਵੇਂ ਹੀਰਾ ਹਥਿਆਉਂਦਾ ਹੈ, ਜਾਂ ਕਿਹੜਾ ਛਲ ਕਰਦਾ ਹੈ, ਕਿਹੜੀ ਚਤੁਰਾਈ ਵਰਤਾਏਗਾ, ਕਿਵੇਂ ਜਾਣਦਾ ਉਸ ਲਾਲ ਦੀ ਕੀਮਤ, ਤੇ ਕਿਵੇਂ ਉਸ ਨੂੰ ਪ੍ਰਾਪਤ ਕਰਨ ਦਾ ਯਤਨ ਕਰੇਗਾ। ਇਹ ਬਚਨ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਲੇਖਾ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ।
ਵਾਹਿਗੁਰੂ ਜੀ ਕਾ ਖਾਲਸਾ